ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਸਟੱਡੀ ਨਾਉ ਦੇ ਉੱਤੇ। ਠੀਕ ਹੈ, ਤਾਂ ਅੱਜ ਆਪਾਂ ਕਰਾਂਗੇ 9ਵੀਂ ਸਾਇੰਸ ਦੇ ਵਿੱਚੋਂ ਪੰਜਵਾਂ ਲੈਸਨ ਜੀਵਨ ਦੀ ਮੁੱਢਲੀ ਇਕਾਈ। ਠੀਕ ਹੈ, ਇਸ ਲੈਸਨ ਨੂੰ ਚੰਗੀ ਤਰ੍ਹਾਂ ਕਰਾਂਗੇ। ਜੇਕਰ ਤੁਸੀਂ 9ਵੀਂ ਦੇ ਵਿੱਚੋਂ ਜਾਂ ਤੁਸੀਂ 10ਵੀਂ ਦੇ ਵਿੱਚੋਂ ਜਾਂ ਤੁਸੀਂ ਈਟੀਟੀ ਕਰ ਰਹੇ ਹੋ ਤੇ ਪੀਐਸਟੈਟ 2 ਦੀ ਤਿਆਰੀ ਕਰ ਰਹੇ ਹੋ, ਠੀਕ ਹੈ, ਤਾਂ ਕੀ ਹੈਗਾ ਆਪਣੇ ਕੋਲ ਈਟੀਟੀ ਵਾਲੇ ਜੋ ਪੀਐਸਟੈਟ 2 ਦੀ ਤਿਆਰੀ ਕਰ ਰਹੇ ਨੇ ਉਹਨਾਂ ਸਾਰਿਆਂ ਲਈ, ਠੀਕ ਹੈ, ਆਪਾਂ ਚੈਨਲ ਤੇ ਵੀਡੀਓ ਅਪਲੋਡ ਕਰਦੇ ਰਹਿੰਦੇ ਆ। ਠੀਕ ਹੈ, ਜੇਕਰ ਤੁਸੀਂ ਵੀਡੀਓ ਨਾਲ ਜੁੜੇ ਰਹਿਣਾ ਚਾਹੁੰਦੇ ਹੋਗੇ, ਠੀਕ ਆ, ਗਿਆਨ ਪ੍ਰਾਪਤ ਕਰਨਾ ਚਾਹੁੰਦੇ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਬੈਲ ਵਾਲਾ ਆਈਕਨ ਦਬਾ ਦਿਓ। ਠੀਕ ਆ, ਤਾਂ ਆਪਾਂ ਸ਼ੁਰੂ ਕਰ ਦਿਆਂਗੇ 9ਵੀਂ ਸਾਇੰਸ ਚੋਂ ਪੰਜਵਾਂ ਲੈਸਨ। ਠੀਕ ਆ, ਜੀਵਨ ਦੀ ਮੁੱਢਲੀ ਇਕਾਈ। ਜੀਵਨ ਦੀ ਮੁੱਢਲੀ ਇਕਾਈ। ਠੀਕ ਆ, ਇਸ ਲੈਸਨ ਨੂੰ ਚੰਗੀ ਤਰ੍ਹਾਂ ਕਰਾਂਗੇ ਆਪਾਂ ਮੁੱਢਲੀ ਇਕਾਈ। ਠੀਕ ਆ, ਇਹਦੇ ਲੈਸਨ ਦੇ ਵਿੱਚ ਦੇਖੋ, ਇਸ ਲੈਸਨ ਦੇ ਆਪਾਂ ਕੋਈ ਵੀ ਗੱਲ ਛੱਡਦੇ ਨਹੀਂ। ਠੀਕ ਹੈ, ਸਾਰੀਆਂ ਇੰਪੋਰਟੈਂਟ ਗੱਲਾਂ ਕਰਾਂਗੇ। ਹੁਣ ਕੀ ਹੈਗਾ ਜੀਵਨ ਦੀ ਮੁੱਢਲੀ ਇਕਾਈ ਦੇ ਵਿੱਚ, ਲੈਸਨ ਦੇ ਵਿੱਚ ਕੀ ਹੈ, ਇਹਦੇ ਵਿੱਚ ਇੱਕ ਵਿਗਿਆਨੀ ਸੀਗਾ ਜਿਹਦਾ ਨਾਂ ਕੀ ਸੀਗਾ, ਰਾਬਰਟ ਹੁੱਕ। ਠੀਕ ਆ, ਵਿਗਿਆਨੀ ਸੀਗਾ ਰਾਬਰਟ ਹੁੱਕ। ਠੀਕ ਆ, ਇਸ ਵਿਗਿਆਨੀ ਨੇ ਕੀ ਕਰਿਆ, ਇੱਕ ਦਰਖਤ ਦੀ ਛਿੱਲ ਤੋਂ ਇੱਕ ਪਦਾਰਥ ਲੈਤਾ ਜਿਹਨੂੰ ਕਹਿੰਦੇ ਕਾਰਕ। ਠੀਕ ਆ, ਕਾਰਕ ਕਿਤੋਂ ਪ੍ਰਾਪਤ ਹੁੰਦਾ, ਦਰਖਤ ਦੀ ਛਿੱਲ ਤੋਂ। ਠੀਕ ਆ, ਤਾਂ ਉਹਨੇ ਇੱਕ ਕਾਰਕ ਲੈਤਾ। ਠੀਕ ਆ, ਕਾਰਕ ਦਾ ਉਹਨੇ ਕੀ ਹੈਗਾ ਸੰਯੁਕਤ ਸੂਖਮਦਰਸ਼ੀ ਥੱਲੇ ਦੇਖਿਆ ਉਹਨੂੰ। ਠੀਕ ਆ, ਉਹਦਾ ਅਧਿਐਨ ਕੀਤਾ। ਠੀਕ ਹੈ, ਕਾਰਕ ਕਿਤੋਂ ਪ੍ਰਾਪਤ ਹੁੰਦਾ, ਦਰਖਤ ਦੀ ਛਿੱਲ ਤੋਂ। ਦਰਖਤ ਦੀ ਛਿੱਲ ਤੋਂ ਪ੍ਰਾਪਤ। ਠੀਕ ਹੈ, ਦਰਖਤ ਦੀ ਛਿੱਲ ਤੋਂ ਕੀ ਹੈ, ਕਾਰਕ ਪ੍ਰਾਪਤ ਹੁੰਦਾਗਾ, ਜਿਹਦਾ ਉਹਨੇ ਕੀ ਕਰਿਆ, ਅਧਿਐਨ ਕਰਿਆ, ਸੰਯੁਕਤ ਸੂਖਮਦਰਸ਼ੀ ਥੱਲੇ ਦੇਖਿਆ। ਠੀਕ ਹੈ, ਉਹਨੇ ਦੇਖਿਆ ਵੀ ਜਿਹੜਾ ਕਾਰਕ ਹੈਗਾ ਉਹਦੇ ਵਿੱਚ ਕੀ ਨੇਗੇ, ਜਿਵੇਂ ਮਧੂਮੱਖੀ ਦੇ ਛੱਤੇ ਦੇ ਵਿੱਚ ਡੱਬੇ ਹੁੰਦੇ ਹੈਗੇ। ਠੀਕ ਆ, ਤਾਂ ਉਵੇਂ ਕਾਰਕ ਦੇ ਵਿੱਚ ਵੀ ਕੀ ਨੇਗੇ, ਡੱਬੇ ਨੇਗੇ। ਠੀਕ ਆ, ਉਹਨਾਂ ਡੱਬਿਆਂ ਨੂੰ ਉਹਨੇ ਕਿਹਦਾ ਨਾਂ ਦਿੱਤਾ, ਕੋਸ਼ਿਕਾ ਦਾ ਨਾਂ ਦਿੱਤਾ। ਠੀਕ ਆ, ਕਿਹਦਾ ਨਾਂ ਦਿੱਤਾ, ਕੋਸ਼ਿਕਾ। ਠੀਕ ਆ, ਕੋਸ਼ਿਕਾ ਦਾ ਮਤਲਬ ਕੀ ਹੁੰਦਾ ਹੈਗਾ, ਕੋਠੜੀ। ਠੀਕ ਆ, ਤਾਂ ਜਿਵੇਂ ਮਧੂਮੱਖੀ ਦੇ ਡੱਬੇ 'ਚ ਕੀ ਹੈਗਾ, ਮਧੂਮੱਖੀ ਦੇ ਛੱਤੇ ਦੇ ਵਿੱਚ ਜਿਵੇਂ ਡੱਬੇ ਹੁੰਦੇ ਹੈਗੇ, ਉਸੇ ਤਰ੍ਹਾਂ ਕਾਰਕ ਦੇ ਵਿੱਚ ਡੱਬੇ ਹੁੰਦੇ ਹੈਗੇ, ਤਾਂ ਉਹਨੇ ਕਿਹਦਾ ਨਾਂ ਦਿੱਤਾ, ਕੋਸ਼ਿਕਾ। ਠੀਕ ਆ, ਤਾਂ ਇਹ ਰਾਬਰਟ ਹੁੱਕ ਸੀ ਜਿਹੜਾ, ਠੀਕ ਆ, ਇਹ ਪਹਿਲਾ ਵਿਗਿਆਨੀ ਸੀਗਾ ਜਿਹਨੇ ਕਿਸੇ ਸੰਜੀਵ ਨੂੰ, ਠੀਕ ਆ, ਇਕਾਈਆਂ ਦੇ ਰੂਪ ਵਿੱਚ ਵੰਡਿਆ ਸੀ। ਠੀਕ ਆ, ਕਿਸੇ ਸੰਜੀਵ ਦੇ ਇਕਾਈਆਂ ਦਾ ਅਧਿਐਨ ਕੀਤਾ ਸੀ। ਠੀਕ ਆ, ਤਾਂ ਰਾਬਰਟ ਹੁੱਕ ਦੇ ਇਹਨੇ ਖੋਜ ਕਦੋਂ ਕਰੀ ਸੀਗੀ, ਕੋਸ਼ਿਕਾ। ਕੋਸ਼ਿਕਾ ਦਾ ਮਤਲਬ ਕੀ ਹੈ, ਸੈੱਲ। ਠੀਕ ਆ, ਕੋਸ਼ਿਕਾ ਦਾ ਮਤਲਬ ਕੀ ਆ, ਸੈੱਲ। ਠੀਕ ਆ, ਮਤਲਬ ਕੀ ਹੈਗਾ, ਇਹਨੇ ਕੋਸ਼ਿਕਾ ਦੀ ਖੋਜ ਕਰੀ ਕਿੰਨੇ ਵਿੱਚ, 1665 ਈਸਵੀ ਵਿੱਚ। ਠੀਕ ਆ, ਕੋਸ਼ਿਕਾ ਜਾਂ ਸੈੱਲ ਦੀ ਖੋਜ ਕਰੀ। ਕੋਸ਼ਿਕਾ ਮਤਲਬ ਕੀ ਹੈ, ਜਿਹੜੇ ਸੰਜੀਵ ਜੀ ਤੋਂ ਮਿਲ ਕੇ ਬਣੇ ਆ। ਠੀਕ ਆ, ਸੰਜੀਵ ਕੀ ਤੋਂ ਬਣੇ ਹੋਇਆ, ਸੈੱਲ ਤੋਂ ਮਿਲ ਕੇ ਬਣੇ ਹੋਏ ਹੈਗੇ, ਤਾਂ ਇਹ ਸੀਗਾ। ਹੁਣ ਦੇਖੋ ਰਾਬਰਟ ਹੁੱਕ ਨੇ ਕਿਹਦੀ ਖੋਜ ਕਰਤੀ, ਸੈੱਲ ਦੀ ਜਾਂ ਕੋਸ਼ਿਕਾ ਦੀ ਖੋਜ ਕਰਤੀ। ਠੀਕ ਆ, ਉਸ ਤੋਂ ਬਾਅਦ ਕੀ ਹੈਗਾ, ਇੱਕ ਰਾਬਰਟ ਬਰਾਊਨ ਆ ਗਿਆ। ਠੀਕ ਹੈ, ਕੌਣ ਆ ਗਿਆ, ਰਾਬਰਟ ਬਰਾਊਨ। ਠੀਕ ਆ, ਰਾਬਰਟ ਬਰਾਊਨ ਸੀ ਜਿਹੜਾ, ਠੀਕ ਆ, ਉਹਨੇ ਕੀ ਕਰਿਆ, ਜਿਹੜਾ ਸੈੱਲ ਹੁੰਦਾ, ਠੀਕ ਆ, ਸੈੱਲ ਦਾ ਇੱਕ ਹੁੰਦਾ ਕੇਂਦਰ। ਠੀਕ ਆ, ਸੈੱਲ ਦਾ ਕੀ ਹੁੰਦਾ, ਕੇਂਦਰ ਹੁੰਦਾ, ਉਹਦੀ ਕੀ ਕਰੀ, ਖੋਜ ਕਰੀ। ਸੈੱਲ ਦੀ ਨਾਭਿਕਾ ਦੀ ਕੀ ਕਰੀ, ਖੋਜ। ਠੀਕ ਆ, ਸੈੱਲ ਦੀ ਨਾਭਿਕਾ ਦੀ ਖੋਜ ਕਿਹਨੇ ਕਰੀ, ਰਾਬਰਟ ਬਰਾਊਨ ਨੇ। ਠੀਕ ਆ, ਉਸ ਤੋਂ ਬਾਅਦ ਕੀ ਹੈਗਾ, ਮਤਲਬ ਕੀ ਹੈਗਾ, ਇਹਨੇ ਸ਼ੁਰੂ ਕਰਿਆ ਕੰਮ ਰਾਬਰਟ ਹੁੱਕ ਨੇ। ਠੀਕ ਆ, ਸੰਜੀਵ ਦੀ ਇਕਾਈ, ਮੂਲ ਇਕਾਈ ਹੈ ਜਿਹੜੀ ਕੋਸ਼ਿਕਾ। ਠੀਕ ਆ, ਉਹਦੇ ਬਾਰੇ ਇਹਨੇ ਖੋਜ ਕਰੀ। ਉਸ ਤੋਂ ਬਾਅਦ ਇਹ ਤੇ ਖੋਜਾਂ ਹੋਰ ਸ਼ੁਰੂ ਹੋ ਗਈਆਂ। ਠੀਕ ਆ, ਤਾਂ ਰਾਬਰਟ ਬਰਾਊਨ ਨੇ ਜਿਹੜਾ ਸੈੱਲ ਇਹਨੇ ਖੋਜਿਆ ਸੀ, ਉਸੇ ਦਾ ਕੀ ਕਰੀ, ਨਾਭਿਕਾ ਦੀ ਖੋਜ ਕਰੀ। ਠੀਕ ਆ, ਨਾਭਿਕਾ ਮਤਲਬ ਕੀ ਹੈ, ਉਹਦਾ ਕੇਂਦਰ। ਠੀਕ ਆ, ਉਸ ਤੋਂ ਬਾਅਦ ਕੌਣ ਆਇਆ, ਐਮ ਸਲੀਡਨ ਆਇਆ। ਠੀਕ ਆ, ਐਮ ਸਲੀਡਨ। ਠੀਕ ਆ, ਤੇ ਹੋਰ ਕੌਣ ਆਇਆ, ਟੀ ਸਵਾਨ। ਠੀਕ ਆ, ਇਹਨਾਂ ਦੋਨਾਂ ਸਾਇੰਟਿਸਟਾਂ ਨੇ, ਐਮ ਸਲੀਡਨ ਤੇ ਟੀ ਸਵਾਨ, ਇਹਨਾਂ ਨੇ ਕੀ ਕਰਿਆ, ਸੈੱਲ ਸਿਧਾਂਤ ਦਿੱਤਾ। ਕੀ ਦਿੱਤਾ, ਸੈੱਲ ਸਿਧਾਂਤ। ਠੀਕ ਆ, ਸੈੱਲ ਸਿਧਾਂਤ ਦੇ ਵਿੱਚ ਇਹਨੇ ਕੀ ਆਖਿਆ। ਠੀਕ ਆ, ਸੈੱਲ ਸਿਧਾਂਤ ਦੇ ਵਿੱਚ ਇਹਨਾਂ ਨੇ ਆਖਿਆ ਵੀ ਜਿਹੜਾ ਸੈੱਲ ਹੁੰਦਾ, ਠੀਕ ਆ, ਹਰੇਕ ਜੀਵ ਕਿਤੋਂ ਬਣਿਆ ਹੁੰਦਾਗਾ, ਸਾਰੇ ਜਿਹੜੇ ਸੰਜੀਵ ਨੇਗੇ ਜਾਂ ਜੀਵ ਨੇਗੇ, ਠੀਕ ਆ, ਉਹ ਕਿਤੋਂ ਬਣੇ ਹੋਏ ਨੇਗੇ, ਸੈੱਲ ਤੋਂ ਬਣੇ ਹੋਏ ਨੇ। ਠੀਕ ਆ, ਸੈੱਲ ਤੋਂ ਬਣੇ ਹੋਏ ਨੇ, ਵੀ ਸੈੱਲ ਆ ਜਿਹੜੀ ਉਹ ਜੀਵਨ ਦੀ ਕੀ ਹੈਗੀ, ਮੁੱਢਲੀ ਇਕਾਈ ਆ। ਠੀਕ ਆ, ਲੈਸਨ ਦਾ ਨਾਮ ਹੈ ਜੀਵਨ ਦੀ ਮੁੱਢਲੀ ਇਕਾਈ। ਤਾਂ ਇਹਨਾਂ ਨੇ ਕੀ ਦੱਸਿਆ, ਐਮ ਸਲੀਡਨ ਤੇ ਟੀ ਸਵਾਨ ਨੇ ਦੱਸਿਆ ਵੀ ਜਿਹੜੀ ਜੀਵਨ ਦੀ ਮੁੱਢਲੀ ਇਕਾਈ ਆ, ਠੀਕ ਆ, ਜੀਵਨ ਦੀ ਮੁੱਢਲੀ ਇਕਾਈ ਉਹ ਕੀ ਹੈਗਾ, ਸੈੱਲ। ਠੀਕ ਆ, ਇਹ ਇਹਨਾਂ ਨੇ ਖੋਜ ਕਰੀ। ਠੀਕ ਆ, ਕੀ ਹੈਗਾ, ਸੈੱਲ। ਠੀਕ ਆ, ਉਸ ਤੋਂ ਬਾਅਦ ਐਮ ਸਲੀਡਨ ਤੇ ਟੀ ਸਵਾਨ ਨੇ ਸੈੱਲ ਸਿਧਾਂਤ ਦਿੱਤਾ। ਠੀਕ ਆ, ਉਸ ਤੋਂ ਬਾਅਦ ਇੱਕ ਵਿਗਿਆਨੀ ਹੋਰ ਆਇਆ ਜਿਹਦਾ ਨਾਮ ਕੀ ਸੀਗਾ, ਵਿਰਚੋ। ਕੀ ਸੀਗਾ, ਵਿਰਚੋ। ਠੀਕ ਆ, ਜਿਹੜਾ ਵਿਰਚੋ ਸੀਗਾ, ਵਿਰਚੋ ਨੇ ਕੀ ਸੈੱਲ ਸਿਧਾਂਤ ਨੂੰ ਅੱਗੇ ਵਧਾਇਆ। ਠੀਕ ਆ, ਵਿਰਚੋ ਨੇ ਕੀ ਆਖਿਆ ਵੀ ਜਿਹੜੇ ਸਾਰੇ ਸੈੱਲ ਨੇਗੇ ਉਹ ਜਿਹੜੇ ਪਹਿਲਾਂ ਤੋਂ ਹੋਂਦ ਵਿੱਚ ਆਏ ਹੋਏ ਸੈੱਲ ਨੇ ਉਹਨਾਂ ਤੋਂ ਬਣੇ ਹੋਏ ਆ। ਠੀਕ ਆ, ਵਿਰਚੋ ਨੇ ਕਿਹਾ
ਸਾਰੇ ਸੈੱਲ, ਠੀਕ ਆ, ਸਾਰੇ ਸੈੱਲ ਪਹਿਲਾਂ ਤੋਂ ਹੋਂਦ ਆਏ ਸੈੱਲਾਂ ਤੋਂ ਬਣੇ ਹੋਏ ਆ, ਠੀਕ ਆ, ਹੋਂਦ ਵਿੱਚ ਆਏ ਸੈੱਲਾਂ ਤੋਂ ਬਣੇ ਨੇ, ਠੀਕ ਆ, ਸੈੱਲਾਂ ਤੋਂ ਬਣੇ ਹਨ, ਠੀਕ ਆ। ਇਹ ਗੱਲ ਕਿਹਨੇ ਆਖੀ? ਬਿਰਚੋ ਨੇ ਆਖੀ, ਠੀਕ ਆ। ਬਿਰਚੋ ਨਾਮ ਦੇ ਵਿਗਿਆਨੀ ਨੇ ਜਿਹੜੇ ਸੈੱਲ ਸਿਧਾਂਤ ਨੂੰ ਅੱਗੇ ਵਧਾਇਆ, ਠੀਕ ਆ। ਉਸ ਤੋਂ ਬਾਅਦ ਕੀ ਹੈਗਾ, ਹੁਣ ਦੇਖੋ ਆਪਾਂ ਰਾਬਰਟ ਹੁੱਕ, ਠੀਕ ਆ, ਸੈੱਲ ਦੀ ਖੋਜ ਕਰੀ ਸੀ ਨੇ, ਠੀਕ ਆ। ਹੁਣ ਆਪਾਂ ਸੈੱਲ ਦੇ ਬਾਰੇ ਇਸ ਲੈਸਨ ਦੇ ਵਿੱਚ ਸਟੱਡੀ ਕਰਨੀ ਹੈ ਸਾਰੀ, ਠੀਕ ਆ। ਹੁਣ ਜਦੋਂ ਜਿਹੜਾ ਸੈੱਲ ਹੈਗਾ, ਠੀਕ ਆ, ਉਹ ਕੀ ਹੈਗਾ, ਸੈੱਲ ਆ ਜਿਹੜਾ ਉਹਨੂੰ ਕੀ ਹੈਗਾ ਆਪਾਂ ਸੂਖਮਦਰਸ਼ੀ ਨਾਲ ਵੀ ਦੇਖ ਸਕਦੇ ਆ, ਠੀਕ ਆ। ਪਰ ਪਹਿਲਾਂ ਕੀ ਸੀਗਾ, ਪਹਿਲਾਂ ਲੈਂਜ ਹੁੰਦੇ ਸੀ, ਠੀਕ ਆ, ਬਰਦਰਸ਼ੀ ਲੈਂਜ ਹੁੰਦੇ ਸੀ। ਕੀ ਹੁੰਦੇ ਸੀਗੇ? ਬਰਦਰਸ਼ੀ ਲੈਂਜ ਹੁੰਦੇ ਸੀ, ਠੀਕ ਹੈ। ਜਿਹੜੇ ਬਰਦਰਸ਼ੀ ਲੈਂਜ ਸੀਗੇ, ਠੀਕ ਆ, ਉਹ ਕੀ ਹੈਗਾ ਪਹਿਲਾਂ ਖੋਜ ਵਿੱਚ ਆਏ। ਬਰਦਰਸ਼ੀ ਲੈਂਜ ਤੋਂ ਬਾਅਦ ਕੀ ਖੋਜ ਵਿੱਚ ਆਇਆ? ਸੂਖਮਦਰਸ਼ੀ, ਠੀਕ ਆ। ਸੂਖਮਦਰਸ਼ੀ ਕੀ ਆਇਆ? ਹੋਂਦ ਵਿੱਚ ਆਇਆ, ਠੀਕ ਆ। ਤਾਂ ਬਰਦਰਸ਼ੀ ਲੈਂਜ ਉਦੋਂ ਬਾਅਦ ਸੂਖਮਦਰਸ਼ੀ, ਠੀਕ ਆ। ਜੋ ਸੂਖਮਦਰਸ਼ੀ ਨਾਲ ਦੇਖਦੇ ਆਂਗੇ ਸੈੱਲ ਨੂੰ, ਕਿਹਨੂੰ ਦੇਖਦੇ ਆਂਗੇ? ਸੈੱਲ ਨੂੰ, ਠੀਕ ਆ। ਤਾਂ ਕੀ ਹੈਗਾ, ਸੈੱਲ ਦੇ ਵਿੱਚ ਤਿੰਨ ਭਾਗ ਨਜ਼ਰ ਆਉਂਦੇ ਆ, ਠੀਕ ਆ। ਸੈੱਲ ਦੇ ਕਿੰਨੇ ਭਾਗ ਨਜ਼ਰ ਆਉਂਦੇ? ਤਿੰਨ, ਠੀਕ ਆ। ਕਿਹੜੇ ਕਿਹੜੇ ਭਾਗ ਨਜ਼ਰ ਆਉਂਦੇ ਹੈਗੇ ਸੈੱਲ ਦੇ, ਠੀਕ ਆ? ਇੱਕ ਕੀ ਆਉਂਦਾ ਹੈਗਾ? ਸੈੱਲ ਝਿੱਲੀ, ਠੀਕ ਆ। ਇੱਕ ਕੀ ਆਉਂਦਾ? ਸੈੱਲ ਦਰਵ, ਠੀਕ ਆ, ਸੈੱਲ ਦਰਵ। ਇੱਕ ਕੀ ਆਉਂਦਾ? ਕੇਂਦਰਕ, ਠੀਕ ਆ। ਤਾਂ ਤਿੰਨ ਭਾਗ ਦਿੰਦੇ ਹੈਗੇ ਜਦੋਂ ਸੂਖਮਦਰਸ਼ੀ ਨਾਲ ਦੇਖਦੇ ਆ ਸੈੱਲ ਨੂੰ, ਠੀਕ ਆ। ਜਿਹਦੀ ਖੋਜ ਕਿਹਨੇ ਕਰੀ ਸੀ? ਰਾਬਰਟ ਹੁੱਕ ਨੇ, ਠੀਕ ਆ। ਹੁਣ ਦੇਖੋ ਇਹ ਤਿੰਨਾਂ ਵਾਰੀ ਆਪਾਂ ਇਸ ਵੀਡੀਓ ਦੇ ਵਿੱਚ ਕਰਾਂਗੇ। ਹੁਣ ਸੈੱਲ ਝਿੱਲੀ, ਠੀਕ ਆ। ਸੈੱਲ ਝਿੱਲੀ ਕਿਸ ਤਰ੍ਹਾਂ ਦੀ ਹੁੰਦੀ ਹੈ ਨਾ, ਜਿਹੜੀ ਸੈੱਲ ਝਿੱਲੀ ਹੈਗੀ, ਇਹ ਜਿਹੜਾ ਸੈੱਲ ਹੁੰਦਾ ਉਹਦਾ ਸਾਰਿਆਂ ਨੂੰ ਬਾਹਰਲਾ ਭਾਗ ਹੈ, ਠੀਕ ਆ। ਜਿਵੇਂ ਆਹ ਕੀ ਬਣਾ ਦਿੰਦੇ ਆਪਾਂ? ਸੈੱਲ ਬਣਾ ਦਿੰਦੇ ਆ ਉਹਦੀ, ਠੀਕ ਆ। ਇਹ ਕੀ ਹੈਗਾ, ਜਿਹੜਾ ਬਾਹਰਲੇ ਪਾਸੇ ਆਹ ਲਾਈਨ ਮਾਰੀ ਹੈ, ਠੀਕ ਆ, ਮੈਂ ਇਹ ਕੀ ਇਹਦੀ ਸੈੱਲ ਝਿੱਲੀ ਆ, ਠੀਕ ਆ, ਸਾਰਿਆਂ ਨੂੰ ਬਾਹਰਲਾ ਭਾਗ ਆ। ਉਸ ਤੋਂ ਬਾਅਦ ਸੈੱਲ ਦਰਵ ਤੇ ਕੇਂਦਰਕ, ਠੀਕ ਆ। ਕੇਂਦਰ ਕੀ ਹੁੰਦਾ? ਬਿਲਕੁਲ ਵਿਚਾਲੇ, ਠੀਕ ਆ। ਸੈੱਲ ਦੇ ਬਿਲਕੁਲ ਕੀ ਹੁੰਦਾ? ਵਿਚਕਾਰ ਹੁੰਦਾਗਾ ਕੀ? ਕੇਂਦਰਕ, ਠੀਕ ਆ। ਤਾਂ ਆਹ ਕੀ ਹੋ ਗਿਆ? ਕੇਂਦਰਕ, ਠੀਕ ਆ। ਤੇ ਆਹ ਕੀ ਹੋ ਗਿਆ? ਸੈੱਲ ਝਿੱਲੀ, ਠੀਕ ਆ। ਤੇ ਜਿਹੜੀ ਆਪਣੇ ਕੋਲ ਕੀ ਹੈਗਾ ਆ ਸੈੱਲ, ਜਿਹੜਾ ਵਿਚਾਲੇ ਆਹ ਰਹਿ ਗਿਆ, ਇਹ ਕੀ ਹੈ? ਸੈੱਲ ਦਰਵ, ਠੀਕ ਹੈ, ਸੈੱਲ ਦਰਵ, ਠੀਕ ਆ। ਆ ਚੀਜ਼ ਹੈਗੀ। ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਸਮਝ ਲੈਂਦੇ ਆ, ਠੀਕ ਆ। ਜਿਹੜੀ ਸੈੱਲ ਝਿੱਲੀ ਹੁੰਦੀ ਆ, ਠੀਕ ਆ, ਇਹ ਕੀ ਹੈ? ਸੈੱਲ ਦੀ ਸਾਰਿਆਂ ਨੂੰ ਬਾਹਰਲੀ ਪਰਤ, ਠੀਕ ਆ। ਉਹ ਲਿਖ ਲੈਂਦੇ ਆਪਾਂ, ਸੈੱਲ ਦਾ ਸਭ ਤੋਂ ਬਾਹਰਲਾ ਭਾਗ ਹੈ, ਠੀਕ ਆ, ਬਾਹਰਲਾ ਭਾਗ, ਠੀਕ ਹੈ। ਕੋਈ ਹੈ ਸੈੱਲ ਝਿੱਲੀ, ਠੀਕ ਆ। ਸੈੱਲ ਝਿੱਲੀ ਹੁੰਦੀ ਹੈ ਜਿਹੜੀ, ਇਹਦੀ ਸਤ੍ਹਾ ਹੁੰਦੀ ਹੈਗੀ, ਇਹ ਅਰਧ ਪਰਾਗਮਨ ਹੁੰਦੀ ਹੈਗੀ, ਮਤਲਬ ਕਿ ਸੈੱਲ ਝਿੱਲੀ ਲਚਕੀਲੀ ਹੁੰਦੀ ਹੈ, ਠੀਕ ਹੈ। ਕੀ ਹੁੰਦੀ ਹੈ? ਲਚਕੀਲੀ ਹੁੰਦੀ ਹੈਗੀ, ਠੀਕ ਆ। ਇਹਦੇ ਵਿੱਚੋਂ ਜਿਹੜੇ ਪਦਾਰਥ ਨੇਗੇ ਉਹ ਅੰਦਰ ਵੀ ਆ ਸਕਦੇ ਨੇ ਤੇ ਬਾਹਰ ਵੀ ਜਾ ਸਕਦੇ ਨੇ, ਠੀਕ ਆ। ਜਿਵੇਂ ਕੀ ਹੈਗਾ, ਆਪਾਂ ਨੂੰ ਕੀ ਹੈ, ਰਾਬਰਟ ਹੁੱਕ ਨੇ ਕੀ ਆਖਿਆ ਸੀਗਾ ਵੀ ਜਿਹੜੇ ਸਾਰੇ ਜੀਵ ਨੇਗੇ, ਠੀਕ ਆ। ਇਹਦੇ ਬਾਰੇ ਵੀ ਕਰਦੇ ਆਪਾਂ, ਠੀਕ ਆ। ਪਹਿਲਾਂ ਇੱਕ ਗੱਲ ਰਹਿ ਗਈ ਜਿਹੜੀ ਉਹ ਕਰ ਲੈਂਦੇ ਆ। ਰਾਬਰਟ ਹੁੱਕ ਨੇ ਆਖਿਆ ਸੀ ਨਾ ਵੀ ਸਾਰਿਆਂ ਨਾਲੋਂ ਛੋਟਾ ਭਾਗ ਕੀ ਹੈਗਾ? ਸੈੱਲ, ਕੋਸ਼ਿਕਾ, ਸੈੱਲ ਆ ਨਾ, ਰਾਬਰਟ ਹੁੱਕ ਨੇ, ਠੀਕ ਆ। ਉਸ ਤੋਂ ਬਾਅਦ ਕੀ ਹੈਗਾ, ਸੈੱਲ ਕੀ ਹੈਗਾ? ਸੈੱਲਾਂ ਤੋਂ ਮਿਲ ਕੇ ਬਣਿਆ ਹੋਇਆ ਆਪਣਾ ਸਰੀਰ ਵੀ, ਕਿਸੇ ਵੀ ਜੀਵ ਦਾ ਸਰੀਰ ਕੀ ਤੋਂ ਮਿਲ ਕੇ ਬਣਿਆ ਹੋਇਆ? ਸੈੱਲਾਂ ਤੋਂ। ਮਤਲਬ ਕਿ ਸਾਰਿਆਂ ਨਾਲੋਂ ਛੋਟੀ ਇਕਾਈ ਕੀ ਹੈਗੀ? ਸੈੱਲ, ਠੀਕ ਆ। ਹੁਣ ਜਿਹੜਾ ਸੈੱਲ ਹੈਗਾ, ਠੀਕ ਆ, ਜੀਵਾਂ ਦੇ ਵਿੱਚ ਜੀਵ ਕਿਤੋਂ ਬਣਿਆ? ਸੈੱਲਾਂ ਤੋਂ, ਠੀਕ ਆ। ਪਰ ਕਈ ਵਾਰ ਜਿਹੜਾ ਇੱਕ ਸੈੱਲ ਹੈਗਾ ਉਹ ਵੀ ਜੀਵ ਹੋ ਸਕਦਾ, ਠੀਕ ਆ। ਇੱਕ ਸੈੱਲ ਕੀ ਹੋ ਸਕਦਾ ਹੈਗਾ? ਜੀਵ ਹੋ ਸਕਦਾ ਹੈਗਾ। ਆਪਾਂ ਇੱਥੇ ਲਿਖ ਲੈਂਦੇ ਆ, ਇੱਕ ਸੈੱਲ, ਠੀਕ ਆ, ਉਹ ਵੀ ਕੀ ਹੋ ਸਕਦਾ? ਜੀਵ ਹੋ ਸਕਦਾ, ਠੀਕ ਆ। ਜਿਵੇਂ ਕੀ ਹੈਗਾ ਅਮੀਬਾ ਗਾ, ਅਮੀਬਾ ਵੀ ਕੀ ਹੈਗਾ? ਇੱਕ ਸੈੱਲ ਆ, ਠੀਕ ਆ। ਅਮੀਬੇ ਦੇ ਵਿੱਚ ਇੱਕ ਸੈੱਲ ਹੁੰਦਾ ਗਾ, ਤਾਂ ਇਹ ਸੈੱਲ ਹੈਗਾ ਇੱਕ, ਇਹ ਵੀ ਕੀ ਹੈ? ਇੱਕ ਜੀਵ ਹੈਗਾ, ਠੀਕ ਆ। ਐਵੇਂ ਕੀ ਹੈਗਾ ਕਲੇਮਾਈਡੋਮੋਨਾਸ, ਕਲੇਮਾਈਡੋਮੋਨਾਸ, ਠੀਕ ਆ। ਹੋਰ ਕਿਹੜਾ ਹੋ ਗਿਆ? ਪੈਰਾਮੀਸ਼ੀਅਮ, ਠੀਕ ਆ। ਹੋਰ ਕਿਹੜਾ ਜੀਵ ਹੋ ਗਿਆ ਆਪਣੇ ਕੋਲ? ਬੈਕਟੀਰੀਆ, ਠੀਕ ਆ। ਜਿਹੜੇ ਸਾਰੇ ਜੀਵ ਨੇਗੇ, ਠੀਕ ਆ, ਇਹ ਇੱਕ ਸੈੱਲੀ ਨੇਗੇ, ਮਤਲਬ ਕਿ ਸੈੱਲ ਨੇਗੇ, ਠੀਕ ਆ। ਜੀਵ ਨੇ ਇਹ ਇੱਕ ਸੈੱਲੀ ਜੀਵ ਨੇਗੇ, ਠੀਕ ਆ। ਇਹ ਜੀਵ ਨੇਗੇ, ਬੈਕਟੀਰੀਆ, ਪੈਰਾਮੀਸ਼ੀਅਮ, ਕਲੇਮਾਈਡੋਮੋਨਾਸ, ਅਮੀਬਾ, ਇਹ ਜੀਵ ਨੇਗੇ, ਠੀਕ ਆ। ਇਹ ਸੈੱਲ ਵੀ ਨੇ, ਇਹ ਜੀਵ ਵੀ ਨੇ, ਠੀਕ ਆ। ਮਤਲਬ ਕਿ ਇੱਕ ਸੈੱਲ ਆ, ਸੈੱਲ ਵੀ ਕਹਿ ਸਕਦੇ ਆ ਇਹਨੂੰ ਆਪਾਂ, ਜੀਵ ਵੀ ਕਹਿ ਸਕਦੇ ਆ, ਠੀਕ ਆ। ਹੁਣ ਦੇਖੋ ਇਹਦੇ ਵਿੱਚ ਆਪਾਂ ਸੈੱਲ ਦੀ ਗੱਲ ਕਰੀ ਜਾਂਦੇ ਆ ਨਾ, ਤਾਂ ਸੈੱਲ ਝਿੱਲੀ ਆ ਗਈ ਸੀ। ਸੈੱਲ ਦਾ ਭਾਗ ਕੀ ਹੈ? ਸੈੱਲ ਝਿੱਲੀ, ਸਾਰਿਆਂ ਨੂੰ ਬਾਹਰਲਾ ਭਾਗ ਹੈਗਾ, ਠੀਕ ਆ। ਇਹਦੇ ਵਿੱਚ ਕੀ ਹੁੰਦਾ ਹੈਗਾ? ਸੈੱਲ ਝਿੱਲੀ ਕੀ ਹੁੰਦੀ ਹੈ? ਇਹਦੀ ਅਰਧ ਪਰਾਗਮਨ ਸਤ੍ਹਾ ਹੁੰਦੀ ਆ,
ਪਦਾਰਥ ਅੰਦਰ ਵੀ ਜਾ ਸਕਦੇ ਆ ਬਾਹਰ ਵੀ ਜਾ ਸਕਦੇ ਆ ਨਾ। ਤਾਂ ਇਹਦੀ ਅਰਧ ਪਰਾਗਮਨ ਸਤ੍ਹਾ ਹੁੰਦੀ ਆ, ਠੀਕ ਆ। ਅਰਧ ਪਰਾਗਮਨ ਸਤ੍ਹਾ ਦੇ ਵਿੱਚ ਕੀ ਹੈਗਾ, ਪਰਾਗਮਨ ਸਤ੍ਹਾ, ਠੀਕ ਆ। ਤੇ ਇਹਦੀ ਸਤ੍ਹਾ ਹੁੰਦੀ ਜਿਹੜੀ ਲਚਕੀਲੀ ਵੀ, ਇਹ ਲਚਕੀਲਾ ਵੀ ਹੁੰਦੀ, ਸੈਲ ਝਿੱਲੀ ਕੀ ਹੁੰਦੀ ਲਚਕੀਲੀ, ਠੀਕ ਆ, ਲਚਕੀਲੀ ਵੀ ਹੁੰਦੀ ਆ, ਠੀਕ ਆ। ਇਹਦੇ ਵਿੱਚ ਕੀ ਹੈਗਾ, ਜਿਹੜੇ ਪਦਾਰਥ ਹੁੰਦੇ ਆ ਨਾ ਸੈਲ ਝਿੱਲੀ ਰਾਹੀਂ ਅੰਦਰ ਵੀ ਜਾ ਸਕਦੇ ਆ ਬਾਹਰ ਵੀ, ਠੀਕ ਆ। ਜਿਵੇਂ ਕੀ ਹੈਗਾ, ਮੰਨ ਲਓ ਆ ਸੈੱਲ ਆ, ਠੀਕ ਆ, ਜਿਹਦੇ ਵਿੱਚ ਕੀ ਹੈਗਾ ਕਾਰਬਨ ਡਾਈਆਕਸਾਈਡ ਹੁੰਦੀ ਆ, ਠੀਕ ਆ, ਤੇ ਵਾਧੂ ਪਦਾਰਥ ਆ ਕਾਰਬਨ ਡਾਈਆਕਸਾਈਡ ਸੈੱਲ ਦੇ ਵਿੱਚ, ਤੇ ਆਕਸੀਜਨ ਵੀ ਹੁੰਦੀ ਆ, ਠੀਕ ਆ, ਦੋਨੇ ਚੀਜ਼ਾਂ ਹੁੰਦੀਆਂ ਨੇ। ਹੁਣ ਜਿਹੜੇ ਵਾਧੂ ਪਦਾਰਥ ਨੇ ਉਹ ਵੀ ਬਾਹਰ ਕੱਢਣੇ ਜ਼ਰੂਰੀ ਨੇ, ਠੀਕ ਆ, ਤੇ ਬਾਹਰਲੇ ਪਾਸਿਓਂ ਜਿਹੜੇ ਜ਼ਰੂਰੀ ਪਦਾਰਥ ਨੇ ਜਿਵੇਂ ਆਕਸੀਜਨ ਹੋ ਗਿਆ ਉਹ ਲੈਣੇ ਵੀ ਜ਼ਰੂਰੀ ਨੇ, ਠੀਕ ਆ। ਤਾਂ ਜਿਹੜੀਆਂ ਇਹ ਕਿਰਿਆ ਨੇ ਜ਼ਰੂਰੀ ਕਿਰਿਆਵਾਂ ਇਹ ਕਿਹਦੇ ਦੁਆਰਾ ਹੁੰਦੀਆਂ ਨੇ, ਸੈਲ ਝਿੱਲੀ ਦੁਆਰਾ ਹੁੰਦੀਆਂ ਨੇ, ਠੀਕ ਆ। ਉਹ ਕਿਵੇਂ ਹੁੰਦੀਆਂ ਨੇ, ਠੀਕ ਆ, ਉਹ ਕਿਹਦੇ ਦੁਆਰਾ ਹੁੰਦੀਆਂ ਨੇ, ਪ੍ਰਸਾਰਣ ਦੁਆਰਾ। ਕਿਹਦੇ ਦੁਆਰਾ, ਪ੍ਰਸਾਰਣ, ਠੀਕ ਆ। ਪ੍ਰਸਾਰਣ ਹੁੰਦਾ ਕੀ ਆ, ਠੀਕ ਆ, ਪ੍ਰਸਾਰਣ ਦੇ ਵਿੱਚ ਕੀ ਹੁੰਦਾਗਾ ਵੀ ਜਿਹੜੀ ਵੱਧ ਸੰਗਣਤਾ ਤੋਂ ਚੀਜ਼ ਕਿੱਧਰ ਜਾਂਦੀ ਹੁੰਦੀ ਹੈ, ਘੱਟ ਸੰਗਣਤਾ 'ਚ, ਠੀਕ ਆ। ਪ੍ਰਸਾਰਣ ਵੱਧ ਸੰਗਣਤਾ ਤੋਂ ਚੀਜ਼ ਕਿੱਧਰ ਜਾਊਗੀ, ਘੱਟ ਸੰਗਣਤਾ, ਠੀਕ ਆ, ਘੱਟ ਸੰਗਣਤਾ ਵੱਲ ਕੀ ਜਾਊਗੀ, ਚੀਜ਼ ਜਾਊਗੀ, ਠੀਕ ਆ। ਜਿਵੇਂ ਕੀ ਹੈਗਾ ਕਾਰਬਨ ਡਾਈਆਕਸਾਈਡ ਆ, ਠੀਕ ਆ, ਕਾਰਬਨ ਡਾਈਆਕਸਾਈਡ ਜ਼ਿਆਦਾ ਵੱਧ ਗਈ ਇਹਦੇ ਵਿੱਚ, ਠੀਕ ਆ। ਤੇ ਆਪਾਂ ਨੂੰ ਪਤਾ ਹੈਗਾ ਵੀ ਬਾਹਰਲੇ এনवायरमेंट 'ਚ ਕਾਰਬਨ ਡਾਈਆਕਸਾਈਡ ਘੱਟ ਹੋਊਗੀ, ਜਿਹਦੇ ਵਿੱਚ ਜ਼ਿਆਦਾ ਵੱਧ ਗਈ, ਠੀਕ ਆ। ਤੇ ਇਹਦੇ ਵਿੱਚ ਕੀ ਹੈਗੀ, ਕਾਰਬਨ ਡਾਈਆਕਸਾਈਡ ਦੀ ਸੰਗਣਤਾ ਜ਼ਿਆਦਾ ਹੋਊਗੀ, ਠੀਕ ਆ। ਜਿਹਦੀ ਸੰਗਣਤਾ ਜ਼ਿਆਦਾ ਹੋਊਗੀ ਇਹਦੇ ਵਿੱਚ, ਬਾਹਰ ਕੀ ਹੈ ਸੰਗਣਤਾ ਘੱਟ, ਠੀਕ ਆ। ਮੰਨ ਲਓ CO2 ਦੀ ਸੰਗਣਤਾ ਕੀ ਹੋਗੀ, ਸੰਗਣਤਾ ਜ਼ਿਆਦਾ ਹੋਗੀ, ਠੀਕ ਆ, ਤੇ ਬਾਹਰ ਕੀ ਹੋਗੀ CO2 ਦੀ ਸੰਗਣਤਾ, ਠੀਕ ਆ, ਘੱਟ, ਠੀਕ ਆ, ਸੰਗਣਤਾ ਕੀ ਹੋਗੀ, ਘੱਟ, ਠੀਕ ਆ। ਮਤਲਬ ਕਿ ਕਾਰਬਨ ਡਾਈਆਕਸਾਈਡ ਜਿੰਨੀ এনवायरमेंट ਵਿੱਚ ਹੁੰਦੀ ਆ ਉਦੋਂ ਵੀ ਜ਼ਿਆਦਾ ਸੈੱਲ ਵਿੱਚ ਕਾਰਬਨ ਡਾਈਆਕਸਾਈਡ ਵੱਧ ਗਈ, ਠੀਕ ਆ। ਤਾਂ ਆਪਾਂ ਨੂੰ ਪਤਾ ਹੈਗਾ ਵੀ ਪ੍ਰਸਾਰਣ ਕੀ ਹੁੰਦਾਗਾ ਵੀ ਵੱਧ ਸੰਗਣਤਾ ਤੋਂ ਘੱਟ ਸੰਗਣਤਾ ਵੱਲ, ਠੀਕ ਆ। ਤਾਂ ਜੇ ਇਧਰ ਕੀ ਹੈ ਜ਼ਿਆਦਾ ਸੰਗਣਤਾ ਜੀ ਵੱਧ ਸੰਗਣਤਾ, ਤਾਂ ਕਾਰਬਨ ਡਾਈਆਕਸਾਈਡ ਕੀ ਆ ਜੂਗੀ, ਬਾਹਰ ਆ ਜੂਗੀ, ਠੀਕ ਆ। ਤਾਂ ਇਹ ਕੀ ਹੈਗਾ ਫੋਟ ਪਦਾਰਥ ਨੇ ਜਿਹੜੇ ਵਾਧੂ ਪਦਾਰਥ ਉਹਦਾ ਨਿਪਟਾਰਾ ਹੋ ਗਿਆ, ਠੀਕ ਆ। ਉਵੇਂ ਆਕਸੀਜਨ ਆ, ਠੀਕ ਆ, ਜੇ ਆਕਸੀਜਨ ਦੀ ਸੰਗਣਤਾ ਇਹਦੇ ਵਿੱਚ ਕੀ ਹੋਗੀ, ਘੱਟ ਹੋਗੀ, ਠੀਕ ਆ। O2 ਦੀ ਸੰਗਣਤਾ ਕੀ ਹੋਗੀ, ਘੱਟ ਹੋਗੀ, ਠੀਕ ਆ। ਤੇ এনवायरमेंट ਵਿੱਚ ਬਾਹਰਲੇ ਪਾਸੇ ਕੀ ਹੋਗੀ, ਸੰਗਣਤਾ ਜ਼ਿਆਦਾ, O2 ਦੀ ਸੰਗਣਤਾ ਕੀ ਹੋਗੀ, ਜ਼ਿਆਦਾ ਹੋਗੀ, ਠੀਕ ਆ, ਜ਼ਿਆਦਾ ਹੋਗੀ, ਠੀਕ ਆ। ਤਾਂ ਆਪਾਂ ਨੂੰ ਪਤਾ ਹੈਗਾ ਪ੍ਰਸਾਰਣ ਦੇ ਵਿੱਚ ਕੀ ਹੁੰਦਾ, ਵੱਧ ਸੰਗਣਤਾ ਤੋਂ ਘੱਟ ਸੰਗਣਤਾ, ਠੀਕ ਆ। ਤਾਂ ਇਧਰ ਜ਼ਿਆਦਾ ਸੰਗਣਤਾ ਤੋਂ ਆਕਸੀਜਨ ਕਿੱਧਰ ਵਗ ਜੂ, ਘੱਟ ਸੰਗਣਤਾ ਵਿੱਚ ਵਗ ਜੂ, ਠੀਕ ਆ। ਐਵੇਂ ਕੀ ਪ੍ਰਸਾਰਣ ਦੁਆਰਾ ਪਦਾਰਥ ਕੀ ਹੈਗੇ ਅੰਦਰ ਤੇ ਬਾਹਰ ਜਾਂਦੇ ਨੇ ਜੀਵ ਦੇ ਵਿੱਚ, ਠੀਕ ਆ। ਉਵੇਂ ਕੀ ਇਹਦੇ ਵਿੱਚ ਹੋਰ ਕੀ ਹੈਗਾ, ਮੰਨ ਲਓ ਇੱਕ ਸੈੱਲ ਆ, ਠੀਕ ਆ, ਜਿਵੇਂ ਅੰਡਾ ਵੀ ਕੀ ਹੈ ਇੱਕ ਸੈੱਲ ਆ, ਠੀਕ ਆ। ਤਾਂ ਜਿਹੜਾ ਅੰਡਾ ਹੋਊਗਾ, ਠੀਕ ਆ, ਉਹਨੂੰ ਜੀ ਆਪਾਂ ਕੀ ਕਰਾਂਗੇ, ਅੰਡੇ ਨੂੰ ਕਿਹਦੇ ਵਿੱਚ ਰੱਖਾਂਗੇ, ਪਾਣੀ ਦੇ ਵਿੱਚ, ਠੀਕ ਆ। ਅੰਡਾ ਹੈਗਾ ਜਿਹੜਾ, ਠੀਕ ਆ, ਅੰਡੇ ਨੂੰ ਕਿਹਦੇ ਵਿੱਚ ਰੱਖਾਂਗੇ, ਪਾਣੀ ਦੇ ਵਿੱਚ ਰੱਖਾਂਗੇ, ਠੀਕ ਆ, ਜਾਂ ਸੈੱਲ ਨੂੰ ਪਾਣੀ ਦੇ ਵਿੱਚ ਰੱਖਾਂਗੇ, ਠੀਕ ਆ। ਤਾਂ ਜੇਕਰ ਪਾਣੀ ਕਿਹੋ ਜਿਹਾ ਰੱਖਣਾਗਾ, ਆਪਾਂ ਪਹਿਲਾਂ ਦੇਖ ਲਓ ਪਾਣੀ ਇਹੋ ਜਿਹਾ ਰੱਖਣਾਗਾ ਜਿਹਦੇ ਵਿੱਚ ਨਮਕ ਘੱਟ ਹੋਵੇ ਜਾਂ ਖੰਡ ਘੱਟ ਹੋਵੇ, ਠੀਕ ਆ। ਨਮਕ ਤੇ ਖੰਡ ਕੀ ਹੋਣਗੇ, ਘੱਟ, ਨਮਕ ਖੰਡ ਇਹ ਦੋਨੇ ਕੀ ਹੋਣਗੇ, ਘੱਟ ਹੋਣਗੇ, ਠੀਕ ਆ। ਪਾਣੀ ਕੀ ਹੋਊਗਾ, ਜ਼ਿਆਦਾ, ਪਾਣੀ ਜ਼ਿਆਦਾ, ਠੀਕ ਆ। ਇਹਦੇ ਵਿੱਚ ਕੀ ਡੇਗ ਦਾਂਗੇ ਆਪਾਂ, ਅੰਡਾ ਡੇਗ ਦਾਂਗੇ, ਕੀ ਡੇਗ ਦਾਂਗੇ, ਅੰਡਾ, ਠੀਕ ਆ। ਹੁਣ ਹੋਊਗਾ ਕੀ ਇਹਦੇ ਵਿੱਚ, ਠੀਕ ਆ, ਜਦੋਂ ਅੰਡਾ ਡੇਗਦਾ ਇਹਦੇ ਵਿੱਚ, ਠੀਕ ਆ, ਤਾਂ ਅੰਡੇ ਦੇ ਵਿੱਚ ਕੀ ਹੋਊਗਾ, ਜੇ ਅੰਡੇ ਦੇ ਵਿੱਚ ਪਾਣੀ ਕੀ ਹੋਇਆ, ਘੱਟ ਹੁੰਦਾ, ਠੀਕ ਆ। ਇਹਦੇ ਵਿੱਚ ਪਾਣੀ ਕੀ ਹੈਗਾ, ਜ਼ਿਆਦਾ, ਠੀਕ ਆ। ਤਾਂ ਪਾਣੀ ਦੀ ਸੰਗਣਤਾ ਕੀ ਹੋਗੀ, ਇਹਦੇ ਵਿੱਚ ਜ਼ਿਆਦਾ ਹੋਗੀ, ਠੀਕ ਆ। ਅੰਡੇ ਵਿੱਚ ਕੀ ਹੋਗੀ, ਪਾਣੀ ਦੀ ਸੰਗਣਤਾ ਘੱਟ, ਠੀਕ ਆ। ਤਾਂ ਵੱਧ ਸੰਗਣਤਾ ਤੋਂ ਪਾਣੀ ਕਿੱਧਰ ਜਾਊਗਾ, ਘੱਟ ਸੰਗਣਤਾ ਵੱਲ, ਠੀਕ ਆ। ਤਾਂ ਪਾਣੀ ਕੀ ਜਾਊਗਾ, ਇਹਦੇ ਅੰਦਰ ਚਲਾ ਜਾਊਗਾ, ਕਿਉਂਕਿ ਅੰਦਰ ਕੀ ਹੈਗਾ, ਇਹਦੀ ਘੱਟ ਸੰਗਣਤਾ ਪਾਣੀ ਦੀ, ਪਾਣੀ ਘੱਟ ਹੈਗਾ ਇਹਦੇ ਅੰਦਰ, ਅੰਡੇ ਅੰਦਰ, ਤਾਂ ਪਾਣੀ ਅੰਦਰ ਵਗ ਜੂਗਾ, ਤਾਂ ਕੀ ਹੈਗਾ, ਅੰਡਾ ਫੁੱਲ ਜੂਗਾ, ਠੀਕ ਆ, ਜਾਂ ਸੈੱਲ ਕੀ ਹੋ ਜੂਗਾ, ਫੁੱਲ ਜੂਗਾ, ਠੀਕ ਆ। ਤਾਂ ਐਵੇਂ ਹੈਗਾ, ਜੇਕਰ ਕੀ ਹੋਵੇ ਆਪਾਂ ਹੋਰ ਲੈ ਲੈਣਾ ਸੋਲੂਸ਼ਨ, ਠੀਕ ਆ। ਤਾਂ ਅੰਡਾ ਕੀ ਹੋ ਜੂਗਾ, ਫੁੱਲ ਜੂ, ਜੇ ਪਾਣੀ ਜ਼ਿਆਦਾ ਨਮਕ ਤੇ ਖੰਡ ਘੱਟ ਨੇਗੇ ਤਾਂ ਅੰਡਾ ਕੀ ਹੋ ਜੂ, ਫੁੱਲ ਜੂ, ਅੰਡਾ ਫੁੱਲਣਾ, ਠੀਕ ਆ। ਅੰਡਾ ਇਹਦੇ ਵਿੱਚ ਫੁੱਲ ਜੂਗਾ। ਜੇ ਕੀ ਹੋਇਆ, ਆਪਾਂ ਕੀ ਲੈਤਾ ਵੀ ਨਮਕ ਤੇ ਜਿੰਨਾ ਪਾਣੀ ਅੰਡੇ ਦੇ ਅੰਦਰ ਆ, ਠੀਕ ਆ, ਜਿੰਨੀ ਪਾਣੀ ਦੀ ਸੰਗਣਤਾ ਅੰਡੇ ਦੇ ਅੰਦਰ ਆ ਉਨੀ ਸੰਗਣਤਾ ਬਾਹਰ ਹੋਵੇ, ਠੀਕ ਆ। ਸੰਗਣਤਾ ਕੀ ਹੋਵੇ, ਬਰਾਬਰ, ਠੀਕ ਆ, ਸੰਗਣਤਾ, ਠੀਕ ਆ, ਅੰਡੇ ਦੇ ਬਰਾਬਰ, ਅੰਡੇ ਦੇ ਬਰਾਬਰ, ਠੀਕ ਆ। ਜੇ ਸੰਗਣਤਾ ਕੀ ਆ, ਅੰਡੇ ਦੇ ਬਰਾਬਰ ਆ ਗਈ, ਜਿੰਨਾ ਮਤਲਬ ਕਿ ਪਾਣੀ ਦੀ ਸੰਗਣਤਾ ਹੈ, ਠੀਕ ਆ, ਪਾਣੀ ਦੀ, ਠੀਕ ਆ, ਜਿੰਨਾ ਪਾਣੀ ਮਤਲਬ ਕਿ ਅੰਡੇ ਦੇ ਅੰਦਰ ਆਗਾ
ਸੰਘਣਤਾ ਜਿੰਨਾ ਸੰਘਣਤਾ ਪਾਣੀ ਦੇ ਅੰਦਰ ਅੰਦਰ ਹੈ ਇਹਦੇ ਉਨੀ ਸੰਘਣਤਾ ਕੀ ਹੈਗੀ ਬਾਹਰ ਆ। ਠੀਕ ਆ, ਤਾਂ ਕੀ ਹੋਊਗਾ ਜਿੰਨਾ ਪਾਣੀ ਅੰਦਰ ਜਾਊਗਾ ਇਹਦੇ ਉਨੀ ਪਾਣੀ ਕੀ ਨਿਕਲ ਜੂਗਾ ਬਾਹਰ ਨਿਕਲ ਜੂਗਾ। ਠੀਕ ਆ, ਫਿਰ ਮਤਲਬ ਕੀ ਇਹਦੇ ਵਿੱਚ ਅੰਡਾ ਨਾ ਤਾਂ ਫੁੱਲੇ, ਠੀਕ ਆ, ਨਾ ਹੀ ਸੁੰਗੜੇ। ਠੀਕ ਆ, ਅੰਡਾ ਉਸੇ ਸਥਿਤੀ ਵਿੱਚ ਹੀ ਰਹੂ। ਠੀਕ ਆ, ਜਿੰਨਾ ਪਾਣੀ ਅੰਦਰ ਜਾਊਗਾ ਉਨੀ ਪਾਣੀ ਕੀ ਹੋਊਗਾ ਬਾਹਰ। ਠੀਕ ਆ, ਜਿੰਨਾ ਪਾਣੀ ਅੰਦਰ, ਠੀਕ ਆ, ਉਨਾ ਕੀ ਆ ਜਾਊਗਾ ਉਨਾ ਹੀ ਬਾਹਰ, ਉਨਾ ਹੀ ਪਾਣੀ ਬਾਹਰ ਆ ਜਾਊਗਾ। ਠੀਕ ਆ, ਇਹਦੇ ਵਿੱਚ ਕੀ ਸੀਗਾ ਅੰਦਰ ਪਾਣੀ ਵੱਧ ਜਾਂਦਾ ਸੀ, ਬਾਹਰ ਕੀ ਹੁੰਦਾ ਸੀ ਘੱਟ। ਠੀਕ ਆ, ਆਵਰੇ ਲਿਖ ਦਿੰਦੇ ਆਪਾਂ ਅੰਦਰ ਪਾਣੀ ਕੀ ਜਾਂਦਾ ਸੀ ਜ਼ਿਆਦੇ। ਠੀਕ ਆ, ਜ਼ਿਆਦੇ ਕਾਹਤੋਂ ਜਾਂਦਾ ਸੀ ਅੰਦਰ ਪਾਣੀ, ਕਿਉਂਕਿ ਅੰਦਰ ਕੀ ਸੀ ਸੰਘਣਤਾ ਕੀ ਸੀ ਘੱਟ ਸੀਗੀ ਪਾਣੀ ਦੀ। ਠੀਕ ਆ, ਅੰਦਰ ਪਾਣੀ ਜ਼ਿਆਦਾ ਜਾਊ ਤੇ ਬਾਹਰ ਕੀ ਆਊਗਾ ਘੱਟ ਆਊਗਾ। ਠੀਕ ਆ, ਜਦੋਂ ਅੰਦਰ ਪਾਣੀ ਜਾਊਗਾ ਉਹਦੇ ਜ਼ਿਆਦੇ ਤਾਂ ਫਿਰ ਫੁੱਲੂ ਵੀ ਅੰਡਾ, ਕਿਉਂਕਿ ਅੰਦਰ ਪਾਣੀ ਜਾਈ ਜਾਂਦਾ ਉਹਦੇ। ਠੀਕ ਆ, ਇਹਦੇ ਵਿੱਚ ਜਿੰਨਾ ਪਾਣੀ ਨਿਕਲਦਾ ਹੈਗਾ ਉਨੀ ਕੀ ਹੈਗਾ ਅੰਦਰ ਜਾਈ ਜਾਂਦਾ, ਮਤਲਬ ਕਿ ਕੋਈ ਫਰਕ ਨਹੀਂ ਪੈਂਦਾ। ਠੀਕ ਆ, ਜਿੰਨਾ ਪਾਣੀ ਅੰਦਰ ਜਾਊਗਾ ਉਨੀ ਬਾਹਰ ਆਊਗਾ, ਤਾਂ ਅੰਡੇ ਤੇ ਕੋਈ ਫਰਕ ਨਹੀਂ ਪੈਂਦਾ, ਅੰਡਾ ਉਵੇਂ ਰਹੂਗਾ। ਠੀਕ ਆ, ਜੇ ਕੀ ਹੋਇਆ ਆਪਾਂ ਕੀ ਕਰਿਆ ਇਹਦੇ ਵਿੱਚ ਕੀ ਕਰਿਆ ਅੰਡਾ ਅੰਡਾ ਆ ਗਿਆ। ਠੀਕ ਹੈ, ਇਹਦੇ ਵਿੱਚ ਵੀ ਜਿਹਦੇ ਵਿੱਚ ਕੀ ਹੈਗਾ ਪਾਣੀ ਦੇ ਵਿੱਚ ਨਮਕ ਜ਼ਿਆਦਾ ਪਾਤਾ। ਠੀਕ ਆ, ਨਮਕ ਜਾਂ ਖੰਡ ਜ਼ਿਆਦਾ ਪਾਤੀ। ਠੀਕ ਆ, ਨਮਕ ਜਾਂ ਖੰਡ ਕੀ ਪਾਤੀ ਜ਼ਿਆਦਾ। ਠੀਕ ਆ, ਨਮਕ ਜਾਂ ਖੰਡ ਜ਼ਿਆਦਾ ਪਾਤੀ ਤਾਂ ਪਾਣੀ ਦੀ ਸੰਘਣਤਾ ਕੀ ਹੋ ਜੂਗੀ ਘੱਟ ਹੋ ਜੂਗੀ ਇਹਦੇ ਵਿੱਚ। ਠੀਕ ਆ, ਪਾਣੀ ਦੀ ਸੰਘਣਤਾ ਘੱਟ। ਠੀਕ ਆ, ਇਸ ਕੱਪ ਦੇ ਵਿੱਚ ਪਾਣੀ ਦੀ ਸੰਘਣਤਾ ਕੀ ਹੋ ਜੂ ਘੱਟ ਹੋ ਜੂ, ਕਿਉਂਕਿ ਨਮਕ ਤੇ ਖੰਡ ਕੀ ਨੇ ਜ਼ਿਆਦਾ ਨੇ ਕਿ ਸੰਘਣਤਾ ਘੱਟ ਹੋ ਜੂਗੀ। ਠੀਕ ਆ, ਤਾਂ ਕੀ ਹੈਗਾ ਇਹਦੇ ਅੰਡੇ ਦੇ ਅੰਦਰ ਸੰਘਣਤਾ ਕੀ ਹੈਗੀ ਜ਼ਿਆਦੇ। ਠੀਕ ਆ, ਇਹਦੇ ਅੰਦਰ ਕੀ ਹੋ ਜੂਗੀ ਘੱਟ। ਠੀਕ ਆ, ਹੁਣ ਸੰਘਣਤਾ ਬਾਹਰ ਘੱਟ ਆ ਗਈ ਤਾਂ ਆਪਣੇ ਕੋਲ ਪ੍ਰਸਾਰਣ ਦੇ ਵਿੱਚ ਕੀ ਹੁੰਦਾ ਹੈਗਾ ਵੱਧ ਸੰਘਣਤਾ ਤੋਂ ਘੱਟ ਸੰਘਣਤਾ। ਠੀਕ ਆ, ਹੁਣ ਕੀ ਹੈਗਾ ਇਹਦੇ ਅੰਦਰ ਜ਼ਿਆਦਾ ਸੰਘਣਤਾ ਗਈ ਇਹਦੇ ਅੰਦਰ ਘੱਟ, ਤਾਂ ਪਾਣੀ ਕੀ ਹੈਗਾ ਬਾਹਰ ਨਿਕਲ ਜੂ, ਇਹਦੇ ਵਿੱਚੋਂ ਕੀ ਹੋ ਜੂਗਾ ਬਾਹਰ ਨਿਕਲ ਜੂਗਾ। ਠੀਕ ਆ, ਤਾਂ ਮਤਲਬ ਕੀ ਹੈਗਾ ਜਿਹੜਾ ਪਾਣੀ ਅੰਡੇ ਦੇ ਵਿੱਚ ਬਾਹਰ ਕੀ ਨਿਕਲੂਗਾ ਜ਼ਿਆਦਾ, ਬਾਹਰ ਜ਼ਿਆਦਾ ਪਾਣੀ। ਠੀਕ ਹੈ, ਜ਼ਿਆਦਾ ਪਾਣੀ। ਠੀਕ ਹੈ, ਤੇ ਜਿਹੜਾ ਅੰਦਰ ਹੋਊਗਾ ਅੰਦਰ ਕੀ ਜਾਊਗਾ ਅੰਡੇ ਦੇ ਅੰਦਰ ਘੱਟ ਪਾਣੀ ਜਾਊ। ਠੀਕ ਹੈ, ਤਾਂ ਅੰਦਰ ਘੱਟ ਪਾਣੀ ਜਾਂਦਾ ਬਾਹਰ ਜ਼ਿਆਦਾ ਨਿਕਲੀ ਜਾਂਦਾ, ਤਾਂ ਅੰਡਾ ਕੀ ਹੋ ਜੂਗਾ ਸੁੰਗੜ ਜੂਗਾ। ਠੀਕ ਆ, ਅੰਡਾ ਕੀ ਹੋ ਜੂਗਾ ਸੁੰਗੜ ਜੂ। ਠੀਕ ਆ, ਅੰਡਾ ਸੁੰਗੜ ਜੂਗਾ ਤਾਂ ਇਹ ਕੀ ਸੀਗਾ ਪ੍ਰਯੋਗ ਸੀ ਅੰਡੇ ਤੇ। ਠੀਕ ਆ, ਹੁਣ ਦੇਖੋ ਜਿਹਦੇ ਵਿੱਚ ਪਾਣੀ ਜ਼ਿਆਦਾ ਸੀਗਾ, ਠੀਕ ਆ, ਜਿਹਦੇ ਵਿੱਚ ਪਾਣੀ ਜ਼ਿਆਦਾ ਸੀਗਾ ਉਹਨੂੰ ਪਾਣੀ ਦੀ ਸੰਘਣਤਾ ਦੇ ਵਿੱਚ ਜ਼ਿਆਦਾ ਸੀ। ਠੀਕ ਆ, ਪਰ ਇਹਨੂੰ ਕਿਹੜਾ ਕਹਾਂਗੇ ਆਪਾਂ ਘੱਟ ਸੰਘਣਤਾ ਵਾਲਾ ਘੋਲ ਕਹਾਂਗੇ। ਠੀਕ ਆ, ਆ ਘੋਲ ਦੇ ਵਿੱਚ ਆਂਡਾ ਪਾਇਆ ਹੋਇਆ ਇਹ ਘੋਲ ਆ। ਠੀਕ ਹੈ, ਇਹ ਪਾਣੀ ਤੇ ਨਮਕ ਦਾ ਘੋਲ ਆ, ਨਮਕ ਤੇ ਖੰਡ ਘੱਟ ਨੇ ਪਾਣੀ ਜ਼ਿਆਦਾ ਇਹਦੇ ਵਿੱਚ ਘੋਲ ਚ, ਵਿੱਚ ਇਹਦੇ ਆਂਡਾ ਡਿੱਗਿਆ ਹੋਇਆ। ਠੀਕ ਆ, ਤਾਂ ਹੁਣ ਇਹ ਕੀ ਹੈਗਾ ਘੋਲ ਜਿਹੜੇ ਵਿੱਚ ਆਂਡਾ ਡਿੱਗਿਆ ਹੋਇਆ ਉਹ ਕੀ ਹੈਗਾ ਘੱਟ ਸੰਘਣਤਾ ਵਾਲਾ ਘੋਲ, ਘੱਟ ਸੰਘਣਤਾ ਵਾਲਾ ਘੋਲ। ਠੀਕ ਆ, ਘੱਟ ਸੰਘਣਤਾ ਵਾਲਾ ਘੋਲ ਹੈਗਾ। ਠੀਕ ਆ, ਤਾਂ ਘੱਟ ਸੰਘਣਤਾ ਵਾਲਾ ਘੋਲ ਵੀ ਕਹਿੰਦੇ ਹੈਗੇ, ਹੋਰ ਕੀ ਕਹਿੰਦੇ ਇਹਨੂੰਗੇ ਹਾਈਪੋਟੋਨਿਕ ਸੋਲੂਸ਼ਨ, ਹਾਈਪੋਟੋਨਿਕ ਸੋਲੂਸ਼ਨ। ਠੀਕ ਆ, ਹਾਈਪੋਟੋਨਿਕ ਪੰਜਾਬੀ ਚ ਵੀ ਪਾ ਸਕਦੇ ਨੇ ਉਹ ਹਾਈਪੋਟੋਨਿਕ ਸੋਲੂਸ਼ਨ। ਠੀਕ ਆ, ਹੁਣ ਜਿਹੜਾ ਇਹਦੇ ਵਿੱਚ ਘੋਲ ਹੈਗਾ ਠੀਕ ਆ ਉਹਦਾ ਨਾ ਤਾਂ ਸੰਘਣਤਾ ਜ਼ਿਆਦਾ ਆ ਨਾ ਕੀ ਸੰਘਣਤਾ ਘੱਟ। ਠੀਕ ਆ, ਤਾਂ ਇਹਨੂੰ ਕਿਹੜਾ ਘੋਲ ਕਹਾਂਗੇ ਜਿਹਦੇ ਵਿੱਚ ਆਂਡਾ ਡਿੱਗਿਆ ਹੋਇਆ ਇਹ, ਕਿਹੜੇ ਘੋਲ ਦੇ ਵਿੱਚ ਡਿੱਗਿਆ ਹੋਇਆ ਆਂਡਾ ਇਹ ਸੰਪਰਸੀ ਘੋਲ, ਸੰਪਰਸੀ ਘੋਲ। ਠੀਕ ਆ, ਸੰਪਰਸੀ ਘੋਲ ਕੀ ਹੈਗਾ ਮਤਲਬ ਕਿ ਜਿੰਨਾ ਸੰਘਣਤਾ ਇਹਦੀ ਹੈਗੀ ਉਨੀ ਇਹਦੀ ਹੈਗੀ, ਜਿੰਨਾ ਪਾਣੀ ਅੰਦਰ ਜਾਊਗਾ ਉਨੀ ਬਾਹਰ ਆਊਗਾ। ਠੀਕ ਆ, ਇੰਗਲਿਸ਼ ਚ ਕੀ ਕਹਿੰਦੇ ਇਹਨੂੰ ਆਈਸੋਟੋਨਿਕ ਸੋਲੂਸ਼ਨ, ਆਈਸੋਟੋਨਿਕ ਸੋਲੂਸ਼ਨ। ਠੀਕ ਆ, ਆਹ ਹੋ ਗਿਆ। ਉਸ ਤੋਂ ਬਾਅਦ ਦੇਖੋ ਇਹਦੇ ਵਿੱਚ ਪਾਣੀ ਦੀ ਸੰਘਣਤਾ ਕੀ ਸੀ ਘੱਟ ਸੀਗੀ। ਠੀਕ ਆ, ਨਮਕ ਤੇ ਖੰਡ ਦੀ ਕੀ ਸੀਗੀ ਜ਼ਿਆਦਾ ਸੀ। ਠੀਕ ਆ, ਤਾਂ ਇਹ ਜਿਹੇ ਘੋਲ ਨੂੰ ਜਿਹਦੇ ਵਿੱਚ ਪਾਣੀ ਦੀ ਸੰਘਣਤਾ ਘੱਟ ਸੀ ਠੀਕ ਆ ਤਾਂ ਇਹਨੂੰ ਕੀ ਕਹਾਂਗੇ ਹਾਈਪਰਟੋਨਿਕ ਸੋਲੂਸ਼ਨ ਜਾਂ ਵੱਧ ਸੰਘਣਤਾ ਵਾਲਾ ਘੋਲ। ਠੀਕ ਆ, ਵੱਧ ਸੰਘਣਤਾ ਵਾਲਾ ਘੋਲ। ਠੀਕ ਆ, ਇਹ ਤੁਹਾਨੂੰ ਠੀਕ ਆ ਪਾਣੀ ਦੀ ਸੰਘਣਤਾ ਮਤਲਬ ਉਲਟਾ ਇਹਦੇ ਵਿੱਚ ਜਿੱਦਾਂ ਪਾਣੀ ਦੀ ਸੰਘਣਤਾ ਜ਼ਿਆਦਾ ਹੈਗੀ, ਜਿਵੇਂ ਪਾਣੀ ਦੀ ਸੰਘਣਤਾ ਕੀ ਸੀ ਜ਼ਿਆਦਾ ਤਾਂ ਇਹ ਘੱਟ ਸੰਘਣਤਾ ਵਾਲਾ ਘੋਲ ਹੋ ਜੂ। ਠੀਕ ਆ, ਜੇ ਪਾਣੀ ਦੀ ਸੰਘਣਤਾ ਘੱਟ ਸੀ ਤਾਂ ਇਹ ਵੱਧ ਸੰਘਣਤਾ ਵਾਲਾ ਘੋਲ ਹੋ ਜੂ। ਠੀਕ ਆ, ਤਾਂ ਇਹ ਸੀਗਾ ਇਹਨੂੰ ਇੰਗਲਿਸ਼ ਚ ਕੀ ਕਹਿੰਦੇ ਹੈਗੇ ਹਾਈਪਰਟੋਨਿਕ ਸੋਲੂਸ਼ਨ, ਹਾਈਪਰਟੋਨਿਕ ਸੋਲੂਸ਼ਨ। ਠੀਕ ਆ, ਇਹ ਮੇਨ ਸੀਗਾ। ਹੋਰ ਦੇਖੋ ਜਿਹੜੀ ਸੈੱਲ ਝਿੱਲੀ ਹੁੰਦੀ ਹੈ ਠੀਕ ਹੈ, ਸੈੱਲ ਝਿੱਲੀ ਦੀ ਗੱਲ ਕਰ ਰਹੇ ਆ, ਇਹ ਸਾਰਾ ਕਿਹਦੇ ਕਾਰਨ ਹੋਇਆ ਸੈੱਲ ਝਿੱਲੀ ਕਾਰਨ ਹੋਇਆ, ਪਾਣੀ ਅੰਦਰ ਗਿਆ ਜਾਂ ਬਾਹਰ ਗਿਆ ਇਹ ਸੈੱਲ ਝਿੱਲੀ ਦੇ ਕਾਰਨ ਹੀ ਹੋਇਆ। ਠੀਕ ਆ,
ਤਾਂ ਸੈੱਲ ਝਿੱਲੀ ਆ ਜਿਹੜੀ, ਠੀਕ ਆ, ਇਹ ਬਣੀ ਕਿਹਦੀ ਹੁੰਦੀ ਆ ਤੇ ਕਿਵੇਂ ਹੁੰਦੀ ਆ, ਠੀਕ ਆ। ਜਿਹੜੀ ਸੈੱਲ ਝਿੱਲੀ ਹੁੰਦੀ ਹੈਗੀ ਇਹ ਕਿਹਦੀ ਬਣੀ ਹੁੰਦੀ ਹੈਗੀ, ਚਰਬੀ ਤੇ ਪ੍ਰੋਟੀਨ ਦੀ ਬਣੀ ਹੁੰਦੀ ਹੈ, ਠੀਕ ਆ। ਕਾਰਬਨ ਅਣੂਆਂ ਠੀਕ ਆ, ਚਰਬੀ ਅਤੇ ਪ੍ਰੋਟੀਨ, ਠੀਕ ਆ, ਚਰਬੀ ਅਤੇ ਪ੍ਰੋਟੀਨ, ਠੀਕ ਆ। ਚਰਬੀ ਤੇ ਪ੍ਰੋਟੀਨ ਕਾਰਬਨ ਅਣੂ ਨੇ, ਠੀਕ ਆ, ਇਹਨਾਂ ਤੋਂ ਬਣੀ ਹੁੰਦੀ ਹੈ। ਚਰਬੀ ਤੇ ਪ੍ਰੋਟੀਨ ਦੀ ਕੀ ਬਣੀ ਹੁੰਦੀ ਹੈਗੀ, ਆਪਣੇ ਕੋਲ ਸੈੱਲ ਝਿੱਲੀ ਬਣੀ ਹੁੰਦੀ ਹੈ, ਠੀਕ ਆ। ਸੈੱਲ ਝਿੱਲੀ ਨੂੰ ਹੋਰ ਕੀ ਕਹਿੰਦੇ ਹੈਗੇ, ਪਲਾਜ਼ਮਾ ਝਿੱਲੀ ਵੀ ਕਹਿੰਦੇ ਹੈਗੇ। ਕੀ ਕਹਿੰਦੇ ਇਹਨੂੰ, ਪਲਾਜ਼ਮਾ ਝਿੱਲੀ, ਉਰੇ ਲਿਖ ਲੈਂਦੇ ਆਪਾਂ, ਸੰਦੀ ਲਿਖ ਦਿੰਦੇ ਆ, ਠੀਕ ਆ। ਪਲਾਜ਼ਮਾ ਝਿੱਲੀ ਵੀ ਕਹਿੰਦੇ ਨੇ, ਪਲਾਜ਼ਮਾ ਝਿੱਲੀ ਕਹਿੰਦੇ ਸੈੱਲ ਝਿੱਲੀ ਨੂੰ, ਠੀਕ ਆ, ਜਾਂ ਕੱਲੀ ਝਿੱਲੀ ਵੀ ਕਹਿੰਦੇ ਹੈਗੇ, ਠੀਕ ਆ। ਹੁਣ ਇਹ ਗੱਲ ਸੀਗੀ। ਹੁਣ ਦੇਖੋ ਜਿਹੜੇ ਜੀਵ ਹੁੰਦੇ ਆ, ਠੀਕ ਆ, ਉਹਨਾਂ ਵਿੱਚ ਕੀ ਹੁੰਦੀ ਹੈ, ਝਿੱਲੀ ਹੁੰਦੀ ਹੈ। ਕੀ ਹੁੰਦੀ ਹੈਗੀ, ਝਿੱਲੀ ਹੁੰਦੀ ਹੈਗੀ। ਪਰ ਕੀ ਹੈਗਾ, ਜਿਹੜੇ ਪੌਦੇ ਹੁੰਦੇ ਆ, ਠੀਕ ਆ, ਜਿਹੜੇ ਕੀ ਹੁੰਦੇ ਹੈਗੇ ਪੌਦੇ, ਇਦਾਂ ਕੀ ਹੈਗੇ ਸੀ ਜੀਵ, ਜੀਵਾਂ ਦੇ ਜਿਹੜੇ ਸੈੱਲ ਹੋਣਗੇ ਉਹਨਾਂ ਵਿੱਚ ਸੈੱਲ ਝਿੱਲੀ ਹੋਊਗੀ, ਠੀਕ ਆ। ਪਰ ਜਿਹੜੇ ਕੀ ਹੁੰਦੇ ਹੈਗੇ ਦਰਖਤ ਹੁੰਦੇ ਆ ਜਾਂ ਰੁੱਖ ਹੁੰਦੇ ਆ, ਠੀਕ ਆ, ਉਹਨਾਂ ਵਿੱਚ ਸੈੱਲ ਝਿੱਲੀ ਤਾਂ ਹੋਊਗੀ ਨਾਲ ਕੀ ਹੋਊਗੀ, ਸੈੱਲ ਕੰਧ, ਠੀਕ ਆ। ਸੈੱਲ ਝਿੱਲੀ ਨਾਲ ਕੀ ਹੋਊਗੀ, ਸੈੱਲ ਕੰਧ ਹੋਊਗੀ। ਇੱਥੇ ਲਿਖ ਲੈਂਦੇ ਆਪਾਂ ਸੈੱਲ ਕੰਧ, ਠੀਕ ਆ। ਸੈੱਲ ਕੰਧ ਹੋਊਗੀ ਕਿਹਦੇ ਵਿੱਚ, ਦਰਖਤਾਂ ਦੇ ਵਿੱਚ, ਠੀਕ ਆ। ਤਾਂ ਸੈੱਲ ਦੇ ਸਾਰਿਆਂ ਨੂੰ ਬਾਹਰ ਕੀ ਹੋਊਗੀ, ਸੈੱਲ ਕੰਧ ਹੋਊਗੀ ਦਰਖਤਾਂ ਦੇ ਵਿੱਚ, ਠੀਕ ਆ। ਸੈੱਲ ਕੰਧ ਹੁੰਦੀ ਹੈ ਜਿਹੜੀ, ਇਹ ਕਿਹਦੀ ਬਣੀ ਹੁੰਦੀ ਹੈਗੀ, ਸੈਲੂਲੋਜ਼ ਦੀ, ਸੈਲੂਲੋਜ਼, ਠੀਕ ਆ। ਸੈਲੂਲੋਜ਼ ਕੀ ਹੈਗਾ, ਇੱਕ ਸਖਤ ਪਦਾਰਥ ਹੈਗਾ, ਠੀਕ ਆ। ਤੇ ਜਿਹੜਾ ਇਹਨੂੰ ਰਚਨਾ ਪ੍ਰਦਾਨ ਕਰਦਾ, ਰਚਨਾਤਮਕ ਤੌਰ ਤੇ ਇਹਨੂੰ ਕੀ ਬਣਾਉਂਦਾ, ਦ੍ਰਿੜ ਬਣਾਉਂਦਾ, ਠੀਕ ਆ। ਸੈੱਲ ਕੰਧ, ਠੀਕ ਆ, ਸੈੱਲ ਕੰਧ ਆ ਜਿਹੜੀ, ਇਹ ਕੀ ਹੁੰਦੀ, ਰਚਨਾਤਮਕ ਤੌਰ ਦ੍ਰਿੜ ਬਣਾਉਂਦੀ ਹੈਗੀ। ਕਿਹਦੀ ਬਣੀ ਹੁੰਦੀ ਹੈ, ਸੈਲੂਲੋਜ਼ ਦੀ ਬਣੀ ਹੁੰਦੀ ਆ, ਠੀਕ ਆ। ਹੁਣ ਜਿਹੜੀ ਸੈੱਲ ਕੰਧ ਹੁੰਦੀ ਆ, ਠੀਕ ਆ, ਇਹ ਕੀ ਹੁੰਦੀ ਹੈਗੀ, ਸੈੱਲ ਦੇ ਦੁਆਲੇ ਹੁੰਦੀ ਆ, ਠੀਕ ਆ। ਜਿਵੇਂ ਉਰੇ ਆਪਾਂ ਦੁਆਰੇ ਬਣਾ ਲੈਣਾ ਸੈੱਲ, ਠੀਕ ਆ। ਇਹ ਕੀ ਹੈਗੀ, ਆਹ ਸੈੱਲ ਝਿੱਲੀ ਹੈ ਜਿਵੇਂ ਨਾ, ਸੈੱਲ ਝਿੱਲੀ ਤਾਂ ਹੋਊਗੀ ਪੌਦਿਆਂ ਵਿੱਚ ਵੀ। ਕਿਹਦੇ ਵਿੱਚ ਹੁੰਦੀ ਹੈ, ਇਹ ਪੌਦਿਆਂ ਵਿੱਚ, ਠੀਕ ਆ। ਜਿਹੜੀ ਸੈੱਲ ਝਿੱਲੀ ਹੈਗੀ ਇਹ ਜੀਵਾਂ ਵਿੱਚ ਵੀ ਹੁੰਦੀ ਹੈ, ਪੌਦਿਆਂ ਵਿੱਚ ਵੀ, ਠੀਕ ਆ। ਜੀਵਾਂ ਵਿੱਚ ਵੀ ਹੋਊਗੀ ਤੇ ਪੌਦਿਆਂ ਵਿੱਚ ਵੀ ਹੋਊਗੀ, ਠੀਕ ਆ। ਤੇ ਸਾਰੇ ਜਿੰਦਾ ਸੈੱਲਾਂ ਵਿੱਚ ਹੁੰਦੀ ਹੈ, ਠੀਕ ਹੈ ਇਹ। ਪਰ ਜਿਹੜੀ ਸੈੱਲ ਕੰਧ ਹੁੰਦੀ ਹੈਗੀ ਇਹ ਪੌਦਿਆਂ ਦੇ ਵਿੱਚ ਹੁੰਦੀ ਹੈ। ਕਿਹਦੇ ਵਿੱਚ ਹੁੰਦੀ ਹੈ, ਪੌਦਿਆਂ ਦੇ ਵਿੱਚ, ਠੀਕ ਆ। ਤਾਂ ਸੈੱਲ ਕੰਧ ਹੁੰਦੀ ਹੈ ਜਿਹੜੀ, ਇਹ ਸੈਲੂਲੋਜ਼ ਦੀ ਬਣੀ ਹੁੰਦੀ ਹੈ। ਸੈਲੂਲੋਜ਼ ਕੀ ਸਖਤ ਪਦਾਰਥ ਹੈ, ਇੱਕ ਤਰ੍ਹਾਂ ਦਾ ਦ੍ਰਿੜ ਪਦਾਰਥ ਆ, ਠੀਕ ਆ। ਹੁਣ ਕੀ ਹੈਗਾ, ਜਿਹੜਾ ਸਖਤ ਪਦਾਰਥ ਹੈਗਾ ਇਹਦੇ ਵਿੱਚ ਕੀ ਹੁੰਦਾ ਗਾ, ਠੀਕ ਆ। ਜਿਵੇਂ ਮੰਨ ਲਓ ਸੈੱਲ ਝਿੱਲੀ ਵੀ ਹੁੰਦੀ ਹੈ, ਇਹਦੇ ਵਿੱਚ ਕੀ ਹੁੰਦੀ ਹੈ, ਸੈੱਲ ਝਿੱਲੀ, ਠੀਕ ਆ। ਤਾਂ ਪ੍ਰਸਾਰਣ ਇਹਦੇ ਵਿੱਚ ਵੀ ਹੁੰਦਾ, ਪ੍ਰਸਾਰਣ ਇਹਦੇ ਵਿੱਚ ਵੀ ਹੁੰਦਾ। ਮੰਨ ਲਓ ਸੈੱਲ ਵਿੱਚ ਕੀ ਆ, ਪਾਣੀ ਕੀ ਹੈਗਾ, ਜ਼ਿਆਦੇ ਆ, ਤੇ ਬਾਹਰਲੇ ਵਾਤਾਵਰਨ ਵਿੱਚ ਪਾਣੀ ਘਟ ਗਿਆ, ਠੀਕ ਆ। ਇਧਰ ਪਾਣੀ ਦੇ ਵਾਸ਼ਪ ਕੀ ਹੋ ਗਏ, ਪਾਣੀ ਦੀ ਸੰਘਣਤਾ ਕੀ ਹੋਗੀ, ਘੱਟ ਹੋ ਗਈ। ਪਾਣੀ ਦੀ ਸੰਘਣਤਾ ਕੀ ਹੋਗੀ, ਘੱਟ ਹੋ ਗਈ, ਠੀਕ ਆ। ਇਹਦੇ ਅੰਦਰ ਪਾਣੀ ਦੀ ਸੰਘਣਤਾ ਕੀ ਹੋਗੀ, ਜ਼ਿਆਦੇ। ਪਾਣੀ ਦੀ ਸੰਘਣਤਾ ਕੀ ਹੋਗੀ, ਜ਼ਿਆਦੇ ਹੋ ਗਈ, ਠੀਕ ਆ। ਤਾਂ ਆਪਣੇ ਕੋਲ ਕੀ ਹੈਗਾ, ਉੱਪਰ ਕੀ ਹੈ, ਇਹਦੇ ਸੈੱਲ ਝਿੱਲੀ, ਆਹ ਸੈੱਲ ਝਿੱਲੀ ਐ ਬਣਾ ਲੈਣੇ ਆ, ਠੀਕ ਆ। ਉੱਪਰ ਕੀ ਹੈ, ਸੈੱਲ ਝਿੱਲੀ, ਅੰਦਰ ਕੀ ਹੈਗੀ ਇਹਦੇ, ਉੱਪਰ ਸੈੱਲ ਕੰਧ ਆ, ਠੀਕ ਆ। ਅੰਦਰ ਕੀ ਸੈੱਲ ਝਿੱਲੀ, ਠੀਕ ਆ। ਤਾਂ ਜਿਹੜੀ ਆਪਣੇ ਕੋਲ ਜੇ ਪਾਣੀ ਦੀ ਸੰਘਣਤਾ ਅੰਦਰ ਜ਼ਿਆਦਾ ਹੋਗੀ, ਬਾਹਰ ਕੀ ਹੋਗੀ, ਪਾਣੀ ਦੀ ਸੰਘਣਤਾ ਘੱਟ ਹੋਗੀ, ਠੀਕ ਆ। ਤਾਂ ਪਾਣੀ ਕਿੱਧਰ ਜਾਊਗਾ, ਜ਼ਿਆਦਾ ਸੰਘਣਤਾ ਤੋਂ ਕੀ ਜਾਊਗਾ, ਘੱਟ ਸੰਘਣਤਾ ਵੱਲ, ਠੀਕ ਆ। ਮਤਲਬ ਕਿ ਅੰਦਰੋਂ ਕੀ ਆਉਣ ਲੱਗ ਜੂ, ਬਾਹਰ ਨੂੰ ਆਉਣ ਲੱਗ ਜੂ ਪਾਣੀ, ਠੀਕ ਆ। ਜਦੋਂ ਪਾਣੀ ਬਾਹਰ ਨੂੰ ਆਊਗਾ ਤਾਂ ਇਹ ਕੀ ਹੋ ਜੂਗਾ, ਸੈੱਲ ਸੁੰਗੜ ਜੂਗਾ, ਜਿਵੇਂ ਇਧਰ ਆਂਡਾ ਸੁੰਗੜਿਆ ਸੀ, ਠੀਕ ਆ। ਤਾਂ ਕੀ ਹੈਗਾ, ਸੈੱਲ ਸੁੰਗੜ ਜੂਗਾ, ਠੀਕ ਆ। ਤੇ ਜਿਹੜੇ ਇਹਦੇ ਵਿੱਚ ਅੰਗ ਹੋਣਗੇ ਬਾਕੀ ਸਾਰੇ ਉਹ ਵੀ ਸੁੰਗੜ ਜਾਣਗੇ, ਠੀਕ ਆ। ਤਾਂ ਇਹ ਸੁੰਗੜ ਕੇ ਜਿਵੇਂ ਮੰਨ ਲਓ ਇੱਥੇ ਆ ਗਿਆ, ਠੀਕ ਆ, ਕਿਉਂਕਿ ਇਹਦੇ ਵਿੱਚੋਂ ਪਾਣੀ ਨਿਕਲ ਗਿਆ, ਪਾਣੀ ਨਾਲ ਸੁੰਗੜ ਕੇ ਇੱਥੋਂ ਆ ਗਿਆ, ਠੀਕ ਆ। ਜਦੋਂ ਇਹ ਆਹ ਚੀਜ਼ ਹੁੰਦੀ ਹੈਗੀ, ਠੀਕ ਆ, ਤਾਂ ਸੈੱਲ ਕੰਧ ਉੱਥੇ ਹੀ ਰਹਿੰਦੀ ਹੈ, ਸੈੱਲ ਕੰਧ ਉੱਥੇ ਹੀ ਰਹੀ। ਪਰ ਜਿਹੜੇ ਸੈੱਲ ਝਿੱਲੀ ਸੀਗੀ ਉਹ ਸੁੰਗੜ ਕੇ ਸੈੱਲ ਕੰਧ ਤੋਂ ਕੀ ਹੋ ਗਈ, ਦੂਰ ਹੋ ਗਈ। ਪਹਿਲਾਂ ਨੇੜੇ ਸੀ, ਠੀਕ ਆ, ਇੱਥੋਂ ਕੀ ਹੋ ਗਈ, ਦੂਰ ਹੋ ਗਈ, ਮਤਲਬ ਕਿ ਸੁੰਗੜ ਗਈ, ਠੀਕ ਆ। ਤਾਂ ਜਿਹੜੀ ਆਹ ਕਿਰਿਆ ਹੁੰਦੀ ਹੈਗੀ ਇਹਨੂੰ ਕੀ ਕਹਿੰਦੇ ਆ, ਪਲਾਜ਼ਮੋਲਾਈਸਿਸ। ਕੀ ਕਹਿੰਦੇ ਹੈਗੇ, ਪਲਾਜ਼ਮੋਲਾਈਸਿਸ, ਠੀਕ ਆ। ਸੈੱਲ ਝਿੱਲੀ ਕੀ ਹੋ ਜਾਂਦੀ ਆ, ਸੈੱਲ ਝਿੱਲੀ ਸੁੰਗੜ ਜਾਂਦੀ ਆ, ਸੈੱਲ ਝਿੱਲੀ ਕੀ ਹੁੰਦਾ, ਸੁੰਗੜਦੀ ਆ, ਠੀਕ ਆ। ਅਤੇ ਹੋਰ ਕੀ ਹੋ ਜਾਂਦਾ, ਸੈੱਲ ਕੰਧ ਤੋਂ ਦੂਰ ਹੋ ਜਾਂਦੀ ਹੈ, ਠੀਕ ਆ। ਸੈੱਲ ਕੰਧ ਤੋਂ ਦੂਰ, ਠੀਕ ਆ। ਸੈੱਲ ਝਿੱਲੀ ਸੁੰਗੜ ਕੇ ਸੈੱਲ ਕੰਧ ਤੋਂ ਦੂਰ ਹੋ ਜਾਂਦੀ ਹੈਗੀ, ਇਹਨੂੰ ਕੀ ਕਹਿੰਦੇ ਆ, ਪਲਾਜ਼ਮੋਲਾਈਸਿਸ, ਪਲਾਜ਼ਮੋਲਾਈਸਿਸ, ਠੀਕ ਆ। ਇਹ ਸੀਗਾ। ਹੁਣ ਦੇਖੋ ਜਦੋਂ ਸੁੰਗੜ ਕੇ ਦੂਰ ਹੋ ਜਾਂਦੀ ਹੈ ਪਲਾਜ਼ਮੋਲਾਈਸਿਸ ਕਹਿੰਦੇ ਆ, ਠੀਕ ਆ। ਹੁਣ ਦੇਖੋ ਕਈ ਵਾਰ ਕੀ ਹੁੰਦਾਗਾ, ਜਿਵੇਂ ਆਲੇ ਦੁਆਲੇ ਕੀ ਹੋ ਗਏ, ਪਾਣੀ ਵੱਧ ਗਿਆ, ਠੀਕ ਹੈ। ਪਾਣੀ ਦੀ ਸੰਘਣਤਾ ਕੀ ਹੋ ਗਈ, ਇੱਧਰ ਤਾਂ ਘੱਟ ਸੀ ਪਾਣੀ ਦੀ ਸੰਘਣਤਾ ਆਲੇ ਦੁਆਲੇ, ਠੀਕ ਆ।
ਅੰਦਰ ਕੀ ਸੀ ਜ਼ਿਆਦਾ ਸੀਗੀ, ਠੀਕ ਆ, ਤਾਂ ਕਰਕੇ ਪਾਣੀ ਬਾਹਰ ਆ ਗਿਆ ਸੀ ਤੇ ਇਹ ਸੁੰਗੜ ਗਈ ਸੀ, ਠੀਕ ਆ। ਹੁਣ ਇਹ ਕਈ ਵਾਰ ਕੀ ਹੋ ਗਿਆ, ਜਿਵੇਂ ਸੈੱਲ ਆ, ਠੀਕ ਆ, ਇਹਦੇ ਉੱਤੇ ਕੀ ਹੈ ਕਿ ਸੈੱਲ ਕੰਧ, ਠੀਕ ਆ, ਐਵੇਂ ਆ ਸੈੱਲ ਕੰਧ, ਤੇ ਆ ਗਿਆ ਸੈੱਲ ਝਿੱਲੀ ਅੰਦਰ, ਆ ਗਿਆ ਸੈੱਲ ਕੰਧ, ਠੀਕ ਆ। ਹੁਣ ਦੇਖੋ ਜਿਹਦੇ ਅੰਦਰ ਪਾਣੀ ਕੀ ਹੋਇਆ ਘੱਟ, ਪਾਣੀ ਦੀ ਸੰਘਣਤਾ ਕੀ ਹੋਈ, ਪਾਣੀ ਸੰਘਣਤਾ ਕੀ ਹੋਗੀ ਘੱਟ ਹੋ ਗਈ, ਠੀਕ ਆ। ਬਾਹਰ ਕੀ ਹੋਗੀ, ਪਾਣੀ ਸੰਘਣਤਾ ਜ਼ਿਆਦਾ, ਠੀਕ ਆ, ਪਾਣੀ ਸੰਘਣਤਾ ਕੀ ਹੋਗੀ ਜ਼ਿਆਦਾ ਹੋ ਗਈ, ਠੀਕ ਆ। ਤਾਂ ਪਾਣੀ ਕੀ ਜਾਊਗਾ ਜ਼ਿਆਦਾ ਸੰਘਣਤਾ ਤੋਂ ਘੱਟ ਸੰਘਣਤਾ ਵੱਲ, ਤਾਂ ਅੰਦਰ ਜਾਣ ਲੱਗ ਜੂ ਪਾਣੀ, ਠੀਕ ਆ। ਜਦੋਂ ਪਾਣੀ ਅੰਦਰ ਜਾਊਗਾ ਤਾਂ ਇਹ ਕੀ ਫੁੱਲਣਾ ਸ਼ੁਰੂ ਕਰ ਦੂ, ਠੀਕ ਆ। ਜਦੋਂ ਫੁੱਲੂਗੀ ਤਾਂ ਇਹ ਬਿਲਕੁਲ ਸੈੱਲ ਕੰਧ ਦੇ ਨਾਲ ਲੱਗ ਜੂ, ਠੀਕ ਆ, ਉਰੇ ਉਰੇ ਆ ਜੂਗੀ, ਫੁੱਲ ਕੇ ਕੀ ਹੈਗਾ ਇਹ ਫੁੱਲ ਜੂਗੀ ਇਸ ਤੇ ਜਮਾ ਕੀ ਲੱਗ ਜੂ ਸੈੱਲ ਕੰਧ ਦੇ ਨਾਲ, ਤੇ ਸੈੱਲ ਕੰਧ ਤੇ ਕੀ ਪਾਊਗੀ ਦਬਾਅ ਪਾਊਗੀ, ਠੀਕ ਆ। ਤਾਂ ਸੈੱਲ ਕੰਧ ਜੇ ਤਾਂ ਉਰੇ ਕੀ ਹੈਗਾ, ਜੇ ਸੈੱਲ ਕੰਧ ਨਾ ਹੋਵੇ, ਠੀਕ ਆ, ਤਾਂ ਇਹਦੇ ਵਿੱਚ ਪਾਣੀ ਅੰਦਰ ਜਾਈ ਜਾਊ ਜਾਈ ਜਾਊ ਜਾਈ ਜਾਊ ਤਾਂ ਸੈੱਲ ਫਟ ਵੀ ਸਕਦਾ ਹਨਾ, ਤੇ ਜੇ ਪਾਣੀ ਅੰਦਰ ਜ਼ਿਆਦਾ ਜਾਈ ਗਿਆ ਤਾਂ ਸੈੱਲ ਫਟ ਵੀ ਸਕਦਾਗਾ। ਤਾਂ ਇਹਦੇ ਵਿੱਚ ਕੀ ਹੈਗਾ, ਜਿਹੜੀ ਸੈੱਲ ਕੰਧ ਹੁੰਦੀ ਆ ਉਹ ਕੀ ਹੈਗੀ ਸੈੱਲ ਨੂੰ ਫਟਣ ਤੋਂ ਬਚਾਉਂਦੀ ਆ, ਠੀਕ ਆ। ਮਤਲਬ ਕੀ ਹੈਗਾ ਜਿਹੜੇ ਪੌਦੇ ਨੇਗੇ, ਠੀਕ ਆ, ਉਹ ਸੈੱਲ ਕੰਧ ਦੇ ਕਾਰਨ, ਜਿਹੜੇ ਪੌਦਾ ਸੈੱਲ ਹੋਣਗੇ ਉਹ ਸੈੱਲ ਕੰਧ ਦੇ ਕਾਰਨ, ਠੀਕ ਆ, ਮਨੁੱਖ ਜਿਹੜੇ ਆਪਣੇ ਕੋਲ ਜੀਵਾਂ ਦੇ ਸੈੱਲ ਹੁੰਦੇ ਆ, ਠੀਕ ਆ, ਉਹਨਾਂ ਦੇ ਮੁਕਾਬਲੇ ਕੀ ਨੇਗੇ ਜ਼ਿਆਦਾ ਸਹਿਣ ਕਰ ਸਕਦੇ ਆ, ਠੀਕ ਆ। ਵਾਤਾਵਰਨ ਵਿੱਚ ਜਿਹੜੀਆਂ ਤਬਦੀਲੀਆਂ ਹੁੰਦੀਆਂ ਨੇ ਉਹਨਾਂ ਨੂੰ ਜ਼ਿਆਦਾ ਸਹਿਣ ਕਰ ਸਕਦੇ ਹੈਗੇ ਪੌਦੇ, ਕਿਹਦੇ ਕਾਰਨ, ਸੈੱਲ ਝਿੱਲੀ ਕਾਰਨ, ਠੀਕ ਆ। ਕਿਉਂਕਿ ਸੈੱਲ ਝਿੱਲੀ ਤੇ ਜੇ ਦਬਾਅ ਪਊਗਾ, ਠੀਕ ਆ, ਜ਼ਿਆਦਾ, ਤਾਂ ਸੈੱਲ ਝਿੱਲੀ ਉਹਨੂੰ ਕੀ ਹੈਗਾ ਬਰਾਬਰ ਦਬਾਅ ਵਾਪਸ ਲਾਊਗੀ, ਠੀਕ ਆ, ਫਟਣ ਨਹੀਂ ਦਿੰਦੀ ਸੈੱਲ ਨੂੰ, ਠੀਕ ਆ। ਇਹ ਚੀਜ਼ ਸੀਗੀ। ਉਸ ਤੋਂ ਬਾਅਦ ਦੇਖੋ ਇਸ ਦੇ ਵਿੱਚ ਕੀ ਹੈ, ਸੈੱਲ ਝਿੱਲੀ ਸੀ, ਆ ਕੇ ਸੈੱਲ ਕੰਧ, ਠੀਕ ਆ। ਇਹਨਾਂ ਵਿੱਚ ਹੋਰ ਕੀ ਸੀ ਮੇਨ ਚੀਜ਼, ਇਹ ਚੀਜ਼ ਕਿਹਦੀ ਬਣਦੀ ਚਰਬੀ ਤੋਂ, ਇਹ ਸੈਲੂਲੋਜ਼ ਤੋਂ, ਠੀਕ ਆ। ਇਹ ਮੇਨ ਚੀਜ਼ਾਂ ਸੀ ਇਹਦੇ ਵਿੱਚ। ਤਾਂ ਹੁਣ ਕੀ ਹੈਗਾ ਆਪਾਂ ਕਰ ਲੈਂਦੇ ਹੈਗੇ ਸੈੱਲ ਦਰਾਵ, ਕੀ ਕਰ ਲੈਂਦੇ ਹੈਗੇ ਸੈੱਲ ਦਰਾਵ, ਠੀਕ ਆ। ਸੈੱਲ ਦਰਾਵ ਦੇ ਵਿੱਚ ਕੀ ਹੁੰਦਾ ਹੈਗਾ, ਤਾਂ ਇਹ ਜਿਹੜੇ ਸਾਰਾ ਕੁਝ ਕਰਿਆ ਹੁੰਦੀ ਆ, ਠੀਕ ਆ, ਜਿਵੇਂ ਸੈੱਲ ਝਿੱਲੀ ਵਿੱਚ, ਠੀਕ ਹੈ, ਤੇ ਸੈੱਲ ਕੰਧ ਵਿੱਚ ਹੈ ਨਾ। ਤਾਂ ਜਦੋਂ ਇਹ ਪਾਣੀ ਨੂੰ ਅੰਦਰ ਜਾਂਦਾ ਜਾਂ ਬਾਹਰ ਜਾਂਦਾ, ਠੀਕ ਆ, ਪਾਣੀ ਦਾ ਵਹਿਣ ਹੁੰਦਾ, ਪਾਣੀ ਅੰਦਰ ਜਾਂਦਾ ਜਾਂ ਕੀ ਜਾਂਦਾ ਸੈੱਲ ਤੋਂ ਬਾਹਰ ਜਾਂਦਾ, ਠੀਕ ਆ। ਤਾਂ ਇਹ ਜਿਹੜੀ ਸਾਰੀਆਂ ਕਿਰਿਆ ਹੋਣਗੀਆਂ, ਪ੍ਰਸਾਰਣ ਕਿਰਿਆ ਹੋਊਗੀ, ਠੀਕ ਹੈ, ਜਿਹੜੀ ਕੀ ਹੋਊਗੀ ਪ੍ਰਸਾਰਣ ਕਿਰਿਆ, ਪ੍ਰਸਾਰਣ ਕਿਰਿਆ ਹੋਊਗੀ, ਠੀਕ ਆ। ਇਹ ਜਿਹੜੇ ਜਿਉਂਦੇ ਜੀਵ ਹੋਣਗੇ, ਜਿਉਂਦੇ ਸੈੱਲ ਹੋਣਗੇ ਉਹਨਾਂ ਵਿੱਚ ਹੀ ਹੋਊ, ਠੀਕ ਆ। ਪ੍ਰਸਾਰਣ ਕਿਰਿਆ ਕਿਹਦੇ ਵਿੱਚ ਹੋਊਗੀ, ਜਿਉਂਦੇ ਸੈੱਲਾਂ ਵਿੱਚ, ਜਿਉਂਦੇ ਸੈੱਲਾਂ ਵਿੱਚ, ਠੀਕ ਆ। ਆ ਚੀਜ਼ ਹੈਗੀ, ਠੀਕ ਆ। ਹੋਰ ਕੀ ਹੈਗਾ ਇਹਦੇ ਵਿੱਚ ਮੇਨ, ਠੀਕ ਆ, ਜਿਹੜੇ ਅਮੀਬਾ ਹੋ ਗਿਆ, ਠੀਕ ਆ, ਜਿਵੇਂ ਅਮੀਬਾ ਹੈਗਾ, ਠੀਕ ਆ, ਇਹ ਭੋਜਨ ਕਿਹਦੇ ਦੁਆਰਾ ਲੈਂਦਾ, ਪ੍ਰਸਾਰਣ ਦੁਆਰਾ ਲੈਂਦੇ ਆ, ਠੀਕ ਆ। ਕਿਉਂਕਿ ਅਮੀਬਾ ਕੀ ਹੈਗਾ ਇੱਕ ਸੈੱਲ ਹੀ ਹੈਗਾ, ਠੀਕ ਆ, ਜੀਵ ਵੀ ਹੈਗਾ, ਜੀਵ ਵੀ ਕਹਿ ਸਕਦੇ ਇਹਨੂੰ ਆਪਾਂ, ਇੱਕ ਸੈੱਲ ਵੀ ਕਹਿ ਸਕਦੇ ਆ, ਠੀਕ ਆ। ਤਾਂ ਅਮੀਬਾ ਇੱਕ ਸੈੱਲ ਹੈਗਾ, ਠੀਕ ਆ। ਇਹ ਆਪਣਾ ਭੋਜਨ ਕਿਹਦੇ ਦੁਆਰਾ ਲੈਂਦਾ, ਪ੍ਰਸਾਰਣ ਦੁਆਰਾ ਲੈਂਦਾ, ਕਿਹਦੇ ਦੁਆਰਾ, ਪ੍ਰਸਾਰਣ ਦੁਆਰਾ, ਠੀਕ ਆ। ਤਾਂ ਜਿਹੜਾ ਪ੍ਰਸਾਰਣ ਦੁਆਰਾ ਅਮੀਬਾ ਭੋਜਨ ਲੈਂਦਾ, ਠੀਕ ਆ, ਤੇ ਲਿਖ ਲੈਂਦੇ ਆਪਾਂ ਅਮੀਬਾ ਕਿਹਦੇ ਦੁਆਰਾ ਭੋਜਨ ਲੈਂਦਾ ਹੈਗਾ, ਪ੍ਰਸਾਰਣ ਦੁਆਰਾ, ਭੋਜਨ ਪ੍ਰਸਾਰਣ ਦੁਆਰਾ, ਪ੍ਰਸਾਰਣ ਦੁਆਰਾ, ਠੀਕ ਹੈ। ਪ੍ਰਸਾਰਣ ਦੁਆਰਾ ਭੋਜਨ ਲੈਂਦਾ ਹੈਗਾ, ਇਹਨੂੰ ਆ ਕੀ ਕਹਿੰਦੇ ਹੈਗੇ, ਪ੍ਰਸਾਰਣ ਦੁਆਰਾ ਭੋਜਨ ਲੈਣ ਨੂੰ ਅਮੀਬੇ ਦੇ ਅੰਤਰਗ੍ਰਹਿਣ ਕਹਿੰਦੇ ਆ, ਅੰਤਰਗ੍ਰਹਿਣ, ਠੀਕ ਹੈ। ਜਿਹੜੇ ਇੱਕ ਸੈਲੀ ਜੀਵ ਹੁੰਦੇ ਆ ਉਹ ਭੋਜਨ ਪ੍ਰਸਾਰਣ ਦੁਆਰਾ ਹੀ ਲੈਂਦੇ ਆ ਜ਼ਿਆਦਾਤਰ, ਠੀਕ ਆ। ਤਾਂ ਅੰਤਰਗ੍ਰਹਿਣ, ਅੰਤਰਗ੍ਰਹਿਣ ਕਹਿੰਦੇ ਆ, ਠੀਕ ਆ। ਅੰਤਰਗ੍ਰਹਿਣ ਨੂੰ ਇੰਗਲਿਸ਼ ਚ ਇਹਨੂੰ ਕੀ ਕਹਿੰਦੇ ਹੈਗੇ, ਐਂਡੋਸਾਈਟੋਸਿਸ, ਐਂਡੋਸਾਈਟੋਸਿਸ, ਠੀਕ ਆ। ਐਂਡੋਸਾਈਟੋਸਿਸ ਵੀ ਕਹਿੰਦੇ ਆ ਅੰਤਰਗ੍ਰਹਿਣ ਨੂੰ, ਪ੍ਰਸਾਰਣ ਦੁਆਰਾ ਭੋਜਨ ਲੈਣ ਨੂੰ ਅਮੀਬੇ ਦੇ ਨੂੰ, ਠੀਕ ਆ। ਇਹ ਮੇਨ ਸੀਗਾ। ਉਸ ਤੋਂ ਬਾਅਦ ਆਉਂਦਾ ਆਪਣੇ ਕੋਲ ਸੈੱਲ ਦਰਾਵ, ਠੀਕ ਆ। ਸੈੱਲ ਦਰਾਵ ਦੇ ਵਿੱਚ ਕੀ ਹੁੰਦਾ, ਠੀਕ ਆ, ਆਪਾਂ ਨੂੰ ਪਤਾ ਲੱਗ ਗਿਆ ਸੀ ਵੀ ਜਿਵੇਂ ਆਹ ਸੈੱਲ ਆਗਾ, ਠੀਕ ਆ, ਸੈੱਲ ਦਾ ਕੀ ਕੇਂਦਰਕ, ਆਹ ਜਿਹੜਾ ਆਹ ਕੀ ਸੈੱਲ ਝਿੱਲੀ, ਇਹਦੇ ਵਿਚਾਲੇ ਕੀ ਹੁੰਦਾ ਸੈੱਲ ਦਰਾਵ, ਕੀ ਹੁੰਦਾ ਹੈਗਾ ਸੈੱਲ ਦਰਾਵ, ਠੀਕ ਆ। ਜਿਹੜਾ ਸੈੱਲ ਦਰਾਵ ਹੈਗਾ, ਠੀਕ ਆ, ਸੈੱਲ ਦਰਾਵ, ਠੀਕ ਆ। ਸੈੱਲ ਦਰਾਵ ਨੂੰ ਹੋਰ ਕੀ ਕਹਿੰਦੇ ਹੈਗੇ, ਸੈੱਲ ਦਰਾਵ ਨੂੰ ਕੀ ਕਹਿੰਦੇ ਹੈਗੇ, ਸਾਈਟੋਪਲਾਜ਼ਮਾ, ਕੀ ਕਹਿੰਦੇ ਹੈਗੇ, ਸਾਈਟੋਪਲਾਜ਼ਮਾ, ਠੀਕ ਆ, ਸਾਈਟੋਪਲਾਜ਼ਮਾ ਕਹਿੰਦੇ ਹੈਗੇ ਕਿਹਨੂੰ, ਸੈੱਲ ਦਰਾਵ ਨੂੰ, ਠੀਕ ਆ। ਹੁਣ ਸੈੱਲ ਦਰਾਵ ਆਪਾਂ ਨੂੰ ਪਤਾ ਉਰੇ ਹੁੰਦਾ ਹਨਾ, ਜੇ ਸੈੱਲ ਦਰਾਵ ਦੇ ਵਿੱਚ ਕੀ ਹੁੰਦਾ ਸਾਈਟੋਪਲਾਜ਼ਮਾ ਵੀ ਕਹਿੰਦੇ ਨੇ, ਠੀਕ ਆ। ਹੁਣ ਦੇਖੋ ਜਿਹੜਾ ਸੈੱਲ ਦਰਾਵ ਹੁੰਦਾ ਹੈਗਾ, ਠੀਕ ਆ, ਜਿਹਦੇ ਵਿੱਚ ਕੀ ਕੇਂਦਰ ਨੂੰ ਵੀ ਵਿੱਚ ਦੇਖੀਏ ਆਪਾਂ, ਠੀਕ ਆ। ਜੇ ਕੇਂਦਰ ਨੂੰ ਤੇ ਸੈੱਲ ਦਰਾਵ ਨੂੰ ਦੋਨਾਂ ਨੂੰ ਇਕੱਠਾ ਦੇਖੀਏ ਤਾਂ ਆਪਣੇ ਕੋਲ ਸੈੱਲ ਤੇ ਕੇਂਦਰ, ਸੈੱਲ ਦਰਾਵ, ਠੀਕ ਆ,
ਸੈੱਲ ਦਰਾਵ ਤੇ ਕੇਂਦਰ, ਠੀਕ ਹੈ, ਦੋਨੇ ਮਿਲ ਕੇ ਕੀ ਬਣਾਉਂਦੇ ਆਗੇ, ਜੀਵ ਦਰਾਵ ਬਣਾਉਂਦੇ ਆ, ਜੀਵ ਦਰਾਵ, ਠੀਕ ਆ। ਤੇ ਸੈੱਲ ਦਰਾਵ ਤੇ ਕੇਂਦਰ ਦੋਨੇ ਮਿਲ ਕੇ ਕੀ ਬਣਾ ਦਿੰਦੇ ਆਗੇ, ਜੀਵ ਦਰਾਵ ਬਣਾ ਦਿੰਦੇ ਆ, ਠੀਕ ਆ। ਇਹ ਚੀਜ਼ ਮੇਨ ਸੀਗੀ ਇਹਦੇ ਵਿੱਚ। ਸੈੱਲ ਦਰਾਵ ਦੇ ਵਿੱਚ ਹੋਰ ਕੀ ਮੇਨ ਚੀਜ਼ ਹੈਗੀ, ਕੀ ਕਹਿੰਦੇ, ਪਲਾਜ਼ਮਾ ਝਿੱਲੀ, ਇਹਦਾ ਹੋ ਗਿਆ, ਠੀਕ ਹੈ, ਸੈੱਲ ਦਰਾਵ, ਬਸ ਆ ਮੇਨ ਚੀਜ਼ ਸੀ, ਠੀਕ ਹੈ, ਸੈੱਲ ਦਰਾਵ ਦੇ ਵਿੱਚ, ਠੀਕ ਆ। ਹੁਣ ਦੇਖੋ ਆਪਣੇ ਕੋਲ ਹੋਰ ਕੀ ਆ ਗਿਆ, ਕੇਂਦਰਕ, ਕੀ ਆ ਗਿਆ, ਕੇਂਦਰਕ, ਠੀਕ ਆ। ਜਿਹੜਾ ਕੇਂਦਰ ਆਗਾ, ਠੀਕ ਆ, ਜਾਂ ਇਹਨੂੰ ਹੋਰ ਕੀ ਕਹਿੰਦੇ, ਨਾਭਿਕ, ਨਾਭਿਕਾ, ਠੀਕ ਆ। ਕੇਂਦਰ ਦੇ ਨਾਭਿਕਾ ਦੇ ਕੀ ਆ ਗਿਆ, ਇਹਦੇ ਆਲੇ ਦੁਆਲੇ ਵੀ ਕੀ ਹੁੰਦੀ ਹੈ, ਝਿੱਲੀ ਹੁੰਦੀ ਹੈ, ਠੀਕ ਆ। ਇਹ ਕੇਂਦਰ ਆਗਾ, ਇਹਦੇ ਆਲੇ ਦੁਆਲੇ ਵੀ ਝਿੱਲੀ ਹੁੰਦੀ ਆ, ਠੀਕ ਆ। ਝਿੱਲੀ ਵੀ ਕਿਹੜੀ ਹੁੰਦੀ ਹੈ, ਦੂਰੀ ਝਿੱਲੀ, ਠੀਕ ਆ। ਦੂਰੀ ਮਤਲਬ ਕਿ ਦੂਰੀ ਪਰਤ ਹੁੰਦੀ ਹੈ ਝਿੱਲੀ ਦੀ, ਠੀਕ ਆ। ਕੇਂਦਰ ਦੁਆਲੇ ਕੀ ਹੁੰਦੀ ਹੈਗੀ, ਦੋਹਰੀ ਝਿੱਲੀ, ਠੀਕ ਆ। ਜਿਹੜੀ ਦੋਹਰੀ ਝਿੱਲੀ ਹੈਗੀ, ਇਹ ਪਦਾਰਥਾਂ ਨੂੰ ਕੇਂਦਰ ਚੋਂ ਸੈੱਲ ਦਰਾਵ ਵਿੱਚ ਜਾਣ ਦਿੰਦੀ ਆ, ਠੀਕ ਆ। ਪਦਾਰਥਾਂ ਨੂੰ ਕੀ ਚੋਂ, ਕੇਂਦਰ ਦੇ ਵਿੱਚੋਂ ਸੈੱਲ ਦਰਾਵ ਦੇ ਵਿੱਚ ਜਾਣ ਦਿੰਦੀ ਹੈਗੀ, ਕੌਣ, ਦੋਹਰੀ ਝਿੱਲੀ ਹੁੰਦੀ ਹੈ ਜਿਹੜੀ ਕੇਂਦਰ ਝਿੱਲੀ, ਠੀਕ ਆ। ਕੇਂਦਰ ਦੇ ਆਲੇ ਦੁਆਲੇ ਝਿੱਲੀ ਹੁੰਦੀ ਹੈ, ਜਿਹਨੂੰ ਕੇਂਦਰ ਝਿੱਲੀ ਵੀ ਕਹਿੰਦੇ ਆ, ਠੀਕ ਆ। ਇਹ ਝਿੱਲੀ ਕੀ ਹੁੰਦੀ ਹੈ, ਦੋਹਰੀ ਹੁੰਦੀ ਆ, ਜਿਹੜੀ ਪਦਾਰਥਾਂ ਨੂੰ ਕੇਂਦਰ ਚੋਂ ਬਾਹਰ ਆਉਣ ਦਿੰਦੀ ਆ, ਠੀਕ ਆ। ਜਿਹੜਾ ਕੇਂਦਰ ਹੈਗਾ, ਇਹਦੇ ਵਿੱਚ ਕੀ ਕੀ ਚੀਜ਼ਾਂ ਹੁੰਦੀਆਂ ਨੇ, ਠੀਕ ਆ। ਆਪਾਂ ਇਹਨੂੰ ਇੱਕ ਵਾਰੀ ਢਾ ਦਿੰਦੇ ਆ, ਠੀਕ ਆ। ਇਹ ਤਾਂ ਜਿਹੜਾ ਕੇਂਦਰ ਆ ਨਾ, ਕੇਂਦਰ ਦੇ ਵਿੱਚ, ਠੀਕ ਆ, ਜਿਹੜਾ ਕੇਂਦਰ ਹੈਗਾ, ਕੇਂਦਰ ਦੇ ਵਿੱਚ ਕੀ ਹੁੰਦੇ ਆਗੇ, ਗੁਣਸੂਤਰ ਹੁੰਦੇ ਆ, ਕੀ ਹੁੰਦੇ ਆਗੇ, ਗੁਣਸੂਤਰ, ਠੀਕ ਆ। ਕੇਂਦਰ ਵਿੱਚ ਕੀ ਹੁੰਦਾ, ਗੁਣਸੂਤਰ ਹੁੰਦੇ ਆਗੇ, ਠੀਕ ਆ। ਜਿਹੜੇ ਗੁਣਸੂਤਰ ਹੁੰਦੇ ਆ, ਠੀਕ ਆ, ਇਹ ਕੀ ਹੈਗਾ, ਅਣੁਵਾਂਸ਼ਿਕ ਪਦਾਰਥਾਂ ਨੂੰ ਇੱਕ ਜੀਵ ਤੋਂ ਦੂਜੇ ਜੀਵ ਵਿੱਚ ਭੇਜਦੇ ਆ, ਠੀਕ ਹੈ। ਸੰਤਾਨ ਦੇ ਵਿੱਚ ਅਣੁਵਾਂਸ਼ਿਕ ਪਦਾਰਥਾਂ ਨੂੰ ਭੇਜਦੇ ਆ, ਠੀਕ ਆ। ਡੀਐਨਏ ਦੇ ਵਿੱਚ ਕੀ ਹੁੰਦਾ ਹੈਗਾ, ਡੀਐਨਏ ਕਿਹਦੇ ਵਿੱਚ ਹੁੰਦਾ, ਕੇਂਦਰ ਦੇ ਵਿੱਚ, ਠੀਕ ਆ। ਗੁਣਸੂਤਰ ਕਿਹਦੇ ਵਿੱਚ ਹੁੰਦਾ, ਕੇਂਦਰ ਦੇ ਵਿੱਚ, ਠੀਕ ਆ। ਗੁਣਸੂਤਰ ਕੇਂਦਰ ਦੇ ਵਿੱਚ ਹੁੰਦਾ, ਤੇ ਗੁਣਸੂਤਰ ਦੇ ਵਿੱਚ ਕੀ ਹੁੰਦਾ, ਡੀਐਨਏ, ਕੀ ਹੁੰਦਾਗਾ, ਡੀਐਨਏ ਹੁੰਦਾ, ਠੀਕ ਆ। ਇੱਕ ਕੀ ਹੁੰਦਾ, ਪ੍ਰੋਟੀਨ ਹੁੰਦਾ, ਕੀ ਹੁੰਦਾ, ਪ੍ਰੋਟੀਨ, ਠੀਕ ਆ। ਤੇ ਡੀਐਨਏ ਵਿੱਚ ਕੀ ਹੁੰਦਾਗਾ, ਜੀਨ, ਠੀਕ ਆ। ਡੀਐਨਏ ਦੇ ਵਿੱਚ ਕੀ ਹੁੰਦਾਗਾ, ਜੀਨਸ ਹੁੰਦੇ ਆ, ਠੀਕ ਹੈ, ਜੀਨਸ ਕਹਿ ਦਿੰਦੇ ਆ ਜਿਵੇਂ ਆਪਾਂ, ਠੀਕ ਆ। ਤਾਂ ਇਹਦੀ ਫੁੱਲ ਫਾਰਮ ਕੀ ਹੈਗੀ, ਡੀਆਕਸੀਰਾਈਬੋਸ ਨਿਊਕਲਿਕ ਐਸਿਡ, ਠੀਕ ਆ। ਦੁਬਾਰਾ ਦੇਖ ਲਓ, ਡੀਆਕਸੀਰਾਈਬੋਸ ਨਿਊਕਲਿਕ ਐਸਿਡ, ਠੀਕ ਆ। ਤਾਂ ਦੇਖੋ ਗੁਣਸੂਤਰ ਕਿਹਦੇ ਵਿੱਚ ਹੁੰਦਾ, ਕੇਂਦਰ ਵਿੱਚ, ਆਪਾਂ ਉਹ ਬਣਾ ਲੈਣੇ, ਠੀਕ ਆ। ਕੇਂਦਰ ਦੇ ਵਿੱਚ ਕੀ ਹੋਊਗਾ, ਆ ਕੇਂਦਰ ਬਣਾਇਆ, ਠੀਕ ਆ, ਸੈੱਲ ਦਾ ਕੇਂਦਰ ਹੈ, ਠੀਕ ਆ। ਕੇਂਦਰ ਵਿੱਚ ਕੀ ਹੋਊਗਾ, ਗੁਣਸੂਤਰ, ਠੀਕ ਆ। ਕੇਂਦਰ ਵਿੱਚ ਕੀ ਆ ਗਿਆ, ਗੁਣਸੂਤਰ ਆ ਗਿਆ। ਗੁਣਸੂਤਰ ਦੇ ਵਿੱਚ ਗਾਹਾਂ ਕੀ ਆਊਗਾ, ਡੀਐਨਏ, ਠੀਕ ਆ। ਗੁਣਸੂਤਰ ਵਿੱਚ ਡੀਐਨਏ ਵਿੱਚ ਗਾਹਾਂ ਜਾ ਕੇ ਕੀ ਆਊਗਾ, ਜੀਨਸ, ਠੀਕ ਆ। ਜੀਨਸ ਦੇ ਵਿੱਚ ਕੀ ਹੁੰਦੀ ਹੈਗੀ, ਪ੍ਰੋਟੀਨ ਸੰਸਲੇਸ਼ਨ ਲਈ ਕੀ ਹੁੰਦੀ ਹੈ, ਸੂਚਨਾ ਹੁੰਦੀ ਆ, ਠੀਕ ਆ। ਤਾਂ ਇਹਦੇ ਵਿੱਚ ਜੀਨਸ ਵਿੱਚ ਪ੍ਰੋਟੀਨ ਬਣਾਉਣ ਲਈ ਕੀ ਹੁੰਦੀ ਹੈ, ਸੂਚਨਾ ਹੁੰਦੀ ਹੈਗੀ। ਤਾਂ ਇਹ ਪ੍ਰੋਟੀਨ ਵੀ ਕਿਹਦੇ ਵਿੱਚ ਹੀ ਹੁੰਦਾਗਾ, ਡੀਐਨਏ ਦੇ ਵਿੱਚ ਹੀ ਹੁੰਦਾ, ਠੀਕ ਆ। ਤਾਂ ਡੀਐਨਏ ਕਿਤੋਂ ਬਣਦਾਗਾ, ਡੀਐਨਏ ਪ੍ਰੋਟੀਨ, ਤੇ ਗੁਣਸੂਤਰ ਕਿਤੋਂ ਬਣਦਾ, ਡੀਐਨਏ ਤੇ ਪ੍ਰੋਟੀਨ ਨੂੰ ਮਿਲ ਕੇ, ਠੀਕ ਆ। ਇਹ ਚੀਜ਼ ਮੇਨ ਸੀ ਇਹਦੇ ਵਿੱਚ। ਤਾਂ ਹੋਰ ਕੀ ਹੈ ਇਹਦੇ ਵਿੱਚ, ਠੀਕ ਆ। ਜਿਹੜਾ ਪਾਣੀ ਸੀਗਾ ਅੰਦਰ ਬਾਹਰ ਜਾਂਦਾਗਾ, ਠੀਕ ਆ। ਇਹਦੇ ਲਈ ਊਰਜਾ ਦੀ ਲੋੜ ਪੈਂਦੀ ਹੁੰਦੀ ਹੈ, ਕਿਹਦੀ ਲੋੜ ਪੈਂਦੀ ਹੈਗੀ, ਊਰਜਾ ਦੀ ਲੋੜ ਪੈਂਦੀ ਹੁੰਦੀ ਹੈ, ਠੀਕ ਆ। ਆਹ ਮੇਨ ਸੀ ਇਹਦੇ ਵਿੱਚ। ਤਾਂ ਜੇ ਕੋਈ ਹੋਰ ਜਿਹੜਾ ਆਪਣੇ ਕੋਲ ਕੀ ਹੁੰਦਾਗਾ, ਸੈੱਲ ਝਿੱਲੀ ਹੁੰਦੀ ਹੈ, ਠੀਕ ਆ। ਸੈੱਲ ਝਿੱਲੀ ਨੂੰ ਹੋਰ ਕੀ ਕਹਿੰਦੇ ਆ, ਠੀਕ ਆ। ਸੈੱਲ ਝਿੱਲੀ ਨੂੰ ਸੈੱਲ ਝਿੱਲੀ ਆ ਜਿਹੜੀ, ਠੀਕ ਆ, ਇਹਨੂੰ ਕੀ ਕਹਿੰਦੇ ਹੈਗੇ, ਪਲਾਜ਼ਮਾ ਝਿੱਲੀ ਵੀ ਕਹਿੰਦੇ ਆ, ਝਿੱਲੀ ਵੀ ਕਹਿੰਦੇ ਆ, ਠੀਕ ਆ। ਜਿਹੜੀ ਸੈੱਲ ਝਿੱਲੀ ਹੈਗੀ, ਇਹਨੂੰ ਸਿਰਫ ਇਲੈਕਟ੍ਰਾਨ ਸੂਖਮਦਰਸ਼ੀ ਨਾਲ ਦੇਖਿਆ ਜਾ ਸਕਦਾ, ਠੀਕ ਆ। ਕਿਹਦੇ ਨਾਲ, ਇਲੈਕਟ੍ਰਾਨ, ਸਿਰਫ ਇਲੈਕਟ੍ਰਾਨ ਸੂਖਮਦਰਸ਼ੀ, ਠੀਕ ਹੈ ਜੀ। ਰਚਨਾ ਹੁੰਦੀ ਜਿਹੜੀ ਸੈੱਲ ਝਿੱਲੀ ਦੀ, ਉਹਨੂੰ ਸਿਰਫ ਇਲੈਕਟ੍ਰਾਨ, ਠੀਕ ਆ, ਇਲੈਕਟ੍ਰਾਨ ਸੂਖਮਦਰਸ਼ੀ, ਠੀਕ ਆ। ਇਲੈਕਟ੍ਰਾਨ ਸੂਖਮਦਰਸ਼ੀ ਨਾਲ ਹੀ ਦੇਖਿਆ ਜਾ ਸਕਦਾਗਾ, ਕਿਹਨੂੰ, ਸੈੱਲ ਝਿੱਲੀ ਨੂੰ, ਠੀਕ ਆ, ਠੀਕ ਆ। ਇਹ ਸੀਗਾ ਵੀ ਜੇ ਸੈੱਲ ਝਿੱਲੀ ਦੀ ਰਚਨਾ ਦੇਖਣੀ ਆ ਤਾਂ ਸਿਰਫ ਇਲੈਕਟ੍ਰਾਨ ਸੂਖਮਦਰਸ਼ੀ ਨਾਲ ਹੀ ਦੇਖੀ ਜਾਊਗੀ, ਠੀਕ ਆ। ਉਸ ਤੋਂ ਬਾਅਦ ਕੀ ਸੈੱਲ ਦਰਾਵ ਆ ਗਿਆ, ਠੀਕ ਆ। ਸੈੱਲ ਦਰਾਵ ਨੂੰ ਕੀ ਕਹਿੰਦੇ ਆਗੇ, ਸੈੱਲ ਪਦਾਰਥ ਵੀ ਕਹਿੰਦੇ ਆ, ਇਹਨੂੰ ਹੋਰ ਕੀ ਕਹਿੰਦੇ ਆਗੇ, ਸੈੱਲ ਪਦਾਰਥ, ਕਹਿੰਦੇ ਆ, ਠੀਕ ਆ। ਹੋਰ ਕੀ ਹੈਗਾ, ਜਿਹੜੀ ਆਪਣੇ ਕੋਲ ਸੈੱਲ ਕੰਧ ਹੁੰਦੀ ਆ, ਠੀਕ ਆ। ਸੈੱਲ ਕੰਧ ਨੂੰ ਕੀ ਕਹਿੰਦੇ ਆ, ਸੈੱਲ ਭਿੱਤੀ ਵੀ ਕਹਿੰਦੇ ਆ, ਕੀ ਕਹਿੰਦੇ ਆ ਇਹਨੂੰ, ਸੈੱਲ ਭਿੱਤੀ, ਠੀਕ ਆ। ਤਾਂ ਇਹ ਸੀਗਾ। ਉਸ ਤੋਂ ਬਾਅਦ ਇਹਦਾ ਕੇਂਦਰਕ, ਠੀਕ ਆ। ਕੇਂਦਰਕ ਦੇ ਵਿੱਚ ਕੀ ਹੈਗਾ,
ਆਪਾਂ ਕਰਿਆਗਾ ਨਾ ਵੀ ਇਹਦੇ ਵਿੱਚ ਕੀ ਹੁੰਦਾਗਾ ਡੀਐਨਏ ਹੁੰਦੇ ਹੈਗਾ ਠੀਕ ਆ, ਗੁਣਸੂਤਰ ਹੁੰਦੇ ਆ, ਜੀਨਸ ਹੁੰਦੇ ਆ ਨਾ। ਤਾਂ ਇਹਦੇ ਵਿੱਚ ਕੀ ਹੈਗਾ ਜਿਹੜਾ ਜੀਨਸ ਹੁੰਦਾ ਠੀਕ ਆ, ਇਹ ਕੀ ਇਹਦਾ ਕਿਰਿਆਤਮਕ ਭਾਗ ਹੈਗਾ ਠੀਕ ਆ। ਡੀਐਨਏ ਦਾ ਕਿਹੜਾ ਭਾਗ ਆ, ਕਿਰਿਆਤਮਕ ਠੀਕ ਆ, ਮਤਲਬ ਕਿ ਸਾਰੀ ਕਿਰਿਆ ਕੌਣ ਕਰਦਾਗਾ, ਕਿਰਿਆਤਮਕ ਭਾਗ ਕਰਦਾਗਾ ਠੀਕ ਆ, ਜੀਨਸ ਕਰਦੇ ਨੇ ਕਿਰਿਆ ਠੀਕ ਆ। ਡੀਐਨਏ ਦਾ ਕਿਰਿਆਤਮਕ ਭਾਗ ਕਿਹੜਾ ਹੈਗਾ, ਜੀਨ ਕਹਿ ਦਿੰਦੇ ਆ ਠੀਕ ਆ ਜਿਹਨੂੰ ਆਪਾਂ। ਉਸ ਤੋਂ ਬਾਅਦ ਕੀ ਹੈਗਾ ਜਿਹੜਾ ਕੇਂਦਰ ਹੁੰਦਾ ਠੀਕ ਆ, ਕੇਂਦਰ ਆਲੇ ਦੁਆਲੇ ਆਪਾਂ ਕਰਿਆ ਸੀ ਵੀ ਕੀ ਹੁੰਦੀ ਹੈ, ਦੋਹਰੀ ਕੀ ਹੁੰਦੀ ਹੈ, ਝਿੱਲੀ ਹੁੰਦੀ ਆ ਹਨਾ। ਤੇ ਜਿਹੜੀ ਇਹ ਦੋਹਰੀ ਝਿੱਲੀ ਹੁੰਦੀ ਹੈਗੀ ਇਹ ਹਰੇਕ ਜੀਵ ਚ ਨਹੀਂ ਹੁੰਦੀ ਠੀਕ ਆ, ਕੁਝ ਜੀਵਾਂ ਦੇ ਵਿੱਚ ਦੋਹਰੀ ਝਿੱਲੀ ਹੁੰਦੀ ਨਹੀਂਗੀ ਠੀਕ ਆ। ਤਾਂ ਜਿਹੜੇ ਜੀਵਾਂ 'ਚ ਦੋਹਰੀ ਝਿੱਲੀ ਹੁੰਦੀ ਨਹੀਂਗੀ ਠੀਕ ਆ, ਤਾਂ ਉਹਨਾਂ ਦਾ ਕੇਂਦਰ ਆ ਜਿਹੜਾ ਉਹ ਸਪਸ਼ਟ ਨਹੀਂ ਹੁੰਦਾ ਪੂਰੀ ਤਰ੍ਹਾਂ, ਕਿਉਂ ਠੀਕ ਆ, ਕਿਉਂਕਿ ਕੋਈ ਝਿੱਲੀ ਤਾਂ ਹੁੰਦੀ ਨਹੀਂਗੀ, ਆਪਾਂ ਨੂੰ ਐ ਨਹੀਂ ਹੈਗਾ ਵੀ ਕੇਂਦਰ ਵੀ ਇਹਦੇ ਵਾਂਗੂ ਐ ਹੋਊਗਾ, ਕਿਵੇਂ ਵੀ ਹੋ ਸਕਦਾ ਐ ਨਹੀਂ ਹੋਊਗਾ ਠੀਕ ਆ। ਤਾਂ ਉਹ ਜਿਨ੍ਹਾਂ ਵਿੱਚ ਕੇਂਦਰਕ ਝਿੱਲੀ ਨਹੀਂ ਹੁੰਦੀ ਉਹਨਾਂ ਦਾ ਕੇਂਦਰ ਕੀ ਹੁੰਦਾ, ਸਪਸ਼ਟ ਨਹੀਂ ਹੁੰਦਾ ਪੂਰੀ ਤਰ੍ਹਾਂ ਠੀਕ ਆ। ਤੇ ਜਿਨ੍ਹਾਂ ਵਿੱਚ ਕੇਂਦਰਕ ਝਿੱਲੀ ਨਹੀਂ ਹੁੰਦੀ ਉਹਨਾਂ ਨੂੰ ਕਿਹੜੇ ਜੀਵ ਕਹਿੰਦੇ ਹੈਗੇ, ਪ੍ਰੋਕੈਰੀਓਟਿਕ ਜੀਵ। ਕੀ ਕਹਿੰਦੇ ਹੈਗੇ, ਪ੍ਰੋਕੈਰੀਓਟਿਕ ਜੀਵ ਠੀਕ ਆ, ਪ੍ਰੋਕੈਰੀਓਟਿਕ ਜੀਵ ਕਹਿੰਦੇ ਹੈਗੇ ਠੀਕ ਆ, ਜਿਨ੍ਹਾਂ ਵਿੱਚ ਕੀ ਕੇਂਦਰਕ ਝਿੱਲੀ ਨਹੀਂ, ਕੇਂਦਰਕ ਝਿੱਲੀ ਨਹੀਂ ਠੀਕ ਆ। ਇਹ ਸੀਗਾ। ਹੁਣ ਹੋਰ ਕੀ ਹੈਗਾ ਇਹਦੇ ਵਿੱਚ, ਜੇ ਝਿੱਲੀ ਨਹੀਂ ਹੈਗੀ ਠੀਕ ਆ ਤਾਂ ਕੇਂਦਰ ਨੂੰ ਕੀ ਕਹਾਂਗੇ, ਕੇਂਦਰ ਨਹੀਂ ਕਹਾਂਗੇ, ਕੇਂਦਰ ਕਾਇਆ ਕਹਾਂਗੇ, ਕੇਂਦਰ ਕਾਇਆ ਠੀਕ ਆ। ਤਾਂ ਮਤਲਬ ਕਿ ਕੇਂਦਰ ਦੀ ਕਾਇਆ ਨਹੀਂ ਬਣੂਗੀ ਪੂਰੀ ਤਰ੍ਹਾਂ, ਸਪਸ਼ਟ ਕੇਂਦਰ ਨਹੀਂ ਬਣਦਾ ਠੀਕ ਆ। ਜਾਂ ਹੋਰ ਕੀ ਕਹਿੰਦੇ, ਨਿਊਕਲੀਓਲਸ। ਕੀ ਕਹਿੰਦੇ ਹੈਗੇ, ਨਿਊਕਲੀਓਲਸ ਠੀਕ ਆ। ਜੇ ਕੀ ਕੇਂਦਰ ਝਿੱਲੀ ਨਾ ਹੋਈ ਠੀਕ ਆ, ਕਿਉਂਕਿ ਸਪਸ਼ਟ ਨਹੀਂ ਹੈਗੀ, ਕੇਂਦਰ ਕਾਇਆ ਜਾਂ ਨਿਊਕਲੀਓਲਸ ਕਹਾਂਗੇ ਠੀਕ ਆ। ਹੋਰ ਕੀ ਹੈਗਾ ਜਿਹੜਾ ਆਪਣੇ ਕੋਲ ਕੀ ਹੁੰਦਾਗਾ, ਇਹਦੇ ਵਿੱਚ ਕੇਂਦਰ ਝਿੱਲੀ ਨਹੀਂ ਹੈਗੀ ਠੀਕ ਆ। ਹੋਰ ਕੀ ਹੈਗਾ ਇਹਦੇ ਵਿੱਚ ਜਿਹੜੇ ਪ੍ਰੋਕੈਰੀਓਟਿਕ ਜੀਵ ਹੁੰਦੇ ਆ ਠੀਕ ਆ, ਇਹਨਾਂ ਵਿੱਚ ਨਿਕੜੇ ਅੰਗ ਵੀ ਨਹੀਂ ਹੁੰਦੇ ਕਈ ਠੀਕ ਆ, ਨਿਕੜੇ ਅੰਗ ਵੀ ਨਹੀਂ ਹੁੰਦੇ ਠੀਕ ਆ। ਤੇ ਨਿਕੜੇ ਅੰਗ ਕੀ ਹੈਗੇ ਇਹਦੇ ਵਿੱਚ, ਝਿੱਲੀ ਨਾਲ ਨਹੀਂ ਘਿਰੇ ਹੁੰਦੇ ਠੀਕ ਆ। ਇਹਦੇ ਵਿੱਚ ਜਿਹੜੇ ਅੰਗ ਝਿੱਲੀ ਨਾਲ ਨਹੀਂ ਘਿਰੇ ਹੁੰਦੇ ਠੀਕ ਆ। ਤਾਂ ਕੁਝ ਜੀਵ ਆ ਜਿਨ੍ਹਾਂ ਦਾ ਸਪਸ਼ਟ ਕੇਂਦਰ ਹੁੰਦਾ ਨਾ, ਤਾਂ ਜਿਹੜੇ ਸਪਸ਼ਟ ਕੇਂਦਰ ਹੋਊਗਾ ਜਿਨ੍ਹਾਂ ਦਾ ਉਹਨਾਂ ਨੂੰ ਕੀ ਕਹਿੰਦੇ ਆ, ਇਹਦਾ ਅਸਪਸ਼ਟ ਕੇਂਦਰ, ਸਪਸ਼ਟ ਨਹੀਂ ਹੈਗਾ ਇਹਨਾਂ ਦਾ ਕੇਂਦਰ। ਪ੍ਰੋਕੈਰੀਓਟਿਕ ਜੀਵਾਂ ਦਾ ਕੇਂਦਰ ਕੀ ਆ, ਸਪਸ਼ਟ ਨਹੀਂ ਹੈਗਾ ਠੀਕ ਹੈ, ਕਿਉਂਕਿ ਕੇਂਦਰ ਝਿੱਲੀ ਨਹੀਂ ਹੈਗੀ, ਕੇਂਦਰ ਕੀ ਨਹੀਂ ਹੈਗਾ, ਕੇਂਦਰ ਸਪਸ਼ਟ ਨਹੀਂ ਦਿੰਦਾ, ਸਪਸ਼ਟ ਨਹੀਂ ਠੀਕ ਹੈ। ਪਰ ਜਿਨ੍ਹਾਂ ਦਾ ਕੇਂਦਰ ਸਪਸ਼ਟ ਹੈਗਾ, ਕੇਂਦਰ ਝਿੱਲੀ ਹੈਗੀ ਉਹਨਾਂ ਨੂੰ ਕੀ ਕਹਿੰਦੇ ਹੈਗੇ, ਯੂਕੈਰੀਓਟਿਕ ਜੀਵ, ਯੂਕੈਰੀਓਟਿਕ ਜੀਵ ਕਹਿੰਦੇ ਹੈਗੇ ਠੀਕ ਆ। ਇਹਨਾਂ ਵਿੱਚ ਕੇਂਦਰ ਝਿੱਲੀ ਹੁੰਦੀ ਆ, ਕੀ ਹੁੰਦੀ ਹੈ ਇਹਨਾਂ ਵਿੱਚ, ਕੇਂਦਰ ਝਿੱਲੀ ਹੁੰਦੀ ਹੈਗੀ। ਹੋਰ ਦੇਖੋ ਆਪਣੇ ਕੋਲ ਕੀ ਹੈਗਾ, ਜਿਹੜੇ ਡੀਐਨਏ ਆ ਠੀਕ ਆ, ਕੀ ਹੈਗਾ ਡੀਐਨਏ ਠੀਕ ਆ। ਉਹਦੇ ਵਿੱਚ ਇਹਦੇ ਵਿੱਚ ਯੂਕੈਰੀਓਟਿਕ ਜੀਵ ਵਿੱਚ ਕੀ ਹੈਗਾ, ਜਿਹੜਾ ਡੀਐਨਏ ਹੈਗਾ ਇਹਨੂੰ ਆਪਾਂ ਜਾਂ ਕਿਸੇ ਵੀ ਸੈੱਲ ਵਿੱਚ ਡੀਐਨਏ ਨੂੰ ਕਦੋਂ ਦੇਖ ਸਕਦੇ ਆ ਠੀਕ ਆ, ਜਦੋਂ ਸੈੱਲ ਦਾ ਵਿਭਾਜਨ ਹੋ ਰਿਹਾ ਹੁੰਦਾ ਠੀਕ ਆ, ਇੱਕ ਸੈੱਲ ਤੋਂ ਦੋ ਸੈੱਲ ਬਣਦੇ ਹੁੰਦੇ ਆ, ਤਾਂ ਆਪਾਂ ਕਿਹਨੂੰ ਦੇਖ ਸਕਦੇ ਆਂਗੇ, ਡੀਐਨਏ ਨੂੰ ਦੇਖ ਸਕਦੇ ਆ। ਕੀ ਦੇਖ ਸਕਦੇ ਆ, ਕਿਹਨੂੰ ਦੇਖ ਸਕਦੇ ਆ, ਗੁਣਸੂਤਰਾਂ ਨੂੰ ਦੇਖ ਸਕਦੇ ਆ। ਕਿਹਨੂੰ ਦੇਖ ਸਕਦੇ ਆ, ਗੁਣਸੂਤਰਾਂ ਨੂੰ ਠੀਕ ਆ। ਜੇ ਗੁਣਸੂਤਰਾਂ ਨੂੰ ਦੇਖਣਾਗਾ ਤਾਂ ਕਦੋਂ ਦੇਖ ਸਕਦੇ ਆਂਗੇ, ਸੈੱਲ ਵਿਭਾਜਨ ਸਮੇਂ, ਸੈੱਲ ਵਿਭਾਜਨ ਸਮੇਂ ਠੀਕ ਆ, ਸੈੱਲ ਵਿਭਾਜਨ ਸਮੇਂ ਦੇਖ ਸਕਦੇ ਆਂਗੇ ਠੀਕ ਆ। ਪਰ ਜਦੋਂ ਸੈੱਲ ਵਿਭਾਜਨ ਨਹੀਂ ਹੋ ਰਿਹਾ ਹੁੰਦਾ ਤੇ ਜਿਹੜੇ ਗੁਣਸੂਤਰ ਹੁੰਦੇ ਹੈਗੇ ਠੀਕ ਆ, ਜਿਹੜੇ ਕੀ ਹੁੰਦੇ ਆ ਗੁਣਸੂਤਰ, ਇਹ ਕਿਹਦੇ ਰੂਪ ਵਿੱਚ ਹੁੰਦੇ ਹੈਗੇ, ਜਦੋਂ ਸੈੱਲ ਵਿਭਾਜਨ ਨਹੀਂ ਹੋ ਰਿਹਾ ਹੁੰਦਾ ਤਾਂ ਇਹ ਕ੍ਰੋਮਾਟਿਨ ਦੇ ਰੂਪ ਵਿੱਚ ਹੁੰਦੇ ਆ, ਕਿਹਦੇ ਵਿੱਚ, ਕ੍ਰੋਮਾਟਿਨ ਠੀਕ ਆ। ਤਾਂ ਜਿਹੜੇ ਗੁਣਸੂਤਰ ਨੇ ਇਹਨਾਂ ਦੀ ਰਚਨਾ ਜਦੋਂ ਆਪਾਂ ਸੈੱਲ ਵਿਭਾਜਨ ਹੁੰਦਾ ਉਦੋਂ ਕਹੇ ਜਿਹੇ ਦਿੰਦੇ ਆ ਠੀਕ ਆ। ਤਾਂ ਇਹ ਕੀ ਹੈਗਾ, ਛੜਾਂ ਵਰਗੇ ਦਿੰਦੇ ਆ, ਕਿਹਦੇ ਵਰਗੇ, ਛੜਾਂ ਠੀਕ ਆ, ਛੜਾਂ ਵਾਂਗੂ ਦਿੰਦੇ ਹੈਗੇ ਗੁਣਸੂਤਰ, ਜਦੋਂ ਸੈੱਲ ਵਿਭਾਜਨ ਹੋ ਰਿਹਾ ਹੁੰਦਾ ਉਦੋਂ ਦਿੰਦੇ ਆ ਠੀਕ ਆ। ਜਦੋਂ ਸੈੱਲ ਵਿਭਾਜਨ ਨਹੀਂ ਦਿੰਦੇ ਹੁੰਦਾ ਠੀਕ ਆ, ਸੈੱਲ ਵਿਭਾਜਨ ਨਹੀਂ ਠੀਕ ਹੈ, ਸੈੱਲ ਵਿਭਾਜਨ ਹੁੰਦਾ ਨਹੀਂ ਹੈਗਾ, ਜਦੋਂ ਸੈੱਲ ਵਿਭਾਜਨ ਨਹੀਂ ਹੋ ਰਿਹਾ ਹੁੰਦਾ ਤਾਂ ਜਿਹੜੇ ਗੁਣਸੂਤਰ ਆ ਗਏ ਠੀਕ ਆ, ਉਹ ਕਿਹਦੇ ਰੂਪ ਵਿੱਚ ਹੁੰਦੇ ਹੈਗੇ, ਗੁਣਸੂਤਰ ਕ੍ਰੋਮਾਟਿਨ ਰੂਪ ਵਿੱਚ, ਕ੍ਰੋਮਾਟਿਨ ਠੀਕ ਆ, ਕ੍ਰੋਮਾਟਿਨ ਰੂਪ ਵਿੱਚ ਹੁੰਦੇ ਆ ਠੀਕ ਆ। ਜਿਹੜੇ ਕ੍ਰੋਮਾਟਿਨ ਨੇ ਇਹ ਧਾਗੇ ਵਰਗੀਆਂ ਰਚਨਾਵਾਂ ਦਾ ਕੀ ਆ, ਜਾਲ ਆ ਠੀਕ ਆ, ਧਾਗੇ ਵਰਗੀਆਂ ਰਚਨਾਵਾਂ ਦਾ ਜਾਲ ਠੀਕ ਆ। ਇਹ ਸੀਗਾ ਇਹਦੇ ਵਿੱਚ ਠੀਕ ਆ, ਧਾਗੇ ਵਰਗੇ ਰਚਨਾਵਾਂ ਦਾ ਜਾਲ ਆ ਗਿਆ, ਕੌਣ, ਕ੍ਰੋਮਾਟਿਨ ਠੀਕ ਆ। ਕ੍ਰੋਮਾਟਿਨ ਹੈ ਕੀ ਹੈਗਾ, ਜਦੋਂ ਸੈੱਲ ਵਿਭਾਜਨ ਨਹੀਂ ਹੋ ਰਿਹਾ ਹੁੰਦਾ ਤਾਂ ਕੀ ਹੈਗਾ, ਗੁਣਸੂਤਰ ਕਿਹਦੇ ਰੂਪ ਵਿੱਚ ਹੁੰਦੇ ਹੈਗੇ, ਕ੍ਰੋਮਾਟਿਨ ਦੇ ਰੂਪ ਵਿੱਚ ਹੁੰਦੇ ਆ ਠੀਕ ਆ। ਤਾਂ ਮਤਲਬ ਕਿ ਇਹ ਆਪਣੇ ਕੋਲ ਮੇਨ ਸੀਗਾ। ਉਸ ਤੋਂ ਬਾਅਦ ਆਪਾਂ ਯੂਕੈਰੀਓਟਿਕ ਜੀਵ ਦੇਖ ਲਿਆ ਠੀਕ ਆ, ਵੀ ਇਹਨਾਂ ਦਾ ਕੇਂਦਰ ਕੀ ਹੁੰਦਾ, ਸਪਸ਼ਟ ਹੁੰਦਾਗਾ ਠੀਕ ਆ, ਨਿਕੜੇ ਅੰਗ ਹੁੰਦੇ ਨੇ ਇਹਨਾਂ ਵਿੱਚ ਠੀਕ ਆ, ਇਹ ਮੇਨ ਸੀਗਾ। ਹੋਰ ਕੀ ਹੈ ਇਹਦੇ ਵਿੱਚ, ਆਪਾਂ ਕੀ ਹੈ ਇਹਦੇ ਵਿੱਚ, ਜੀਵ ਵੀ ਨੇ ਠੀਕ ਆ, ਕੁਝ ਕੀ ਨੇ ਇਹਦੇ ਵਿੱਚ ਜੀਵ, ਉਹਨਾਂ ਬਾਰੇ ਦੇਖ ਲੈਂਦੇ ਆ ਠੀਕ ਆ।
ਜੀਵ ਨਹੀਂ, ਠੀਕ ਹੈ, ਜਿਹੜੇ ਆਪਣੇ ਸਰੀਰ ਵਿੱਚ ਸੈੱਲ ਹੁੰਦੇ ਆ ਉਹਨਾਂ ਬਾਰੇ ਦੇਖ ਲੈਂਦੇ ਆ, ਠੀਕ ਹੈ। ਤਾਂ ਕੀ ਹੈਗਾ, ਜਦੋਂ ਆਪਾਂ ਕਰਿਆ ਸੀ ਨਾ ਜਨਨ ਸੈੱਲ ਕਰੇ ਸੀ ਪਿਛਲੇ ਜੋ 10ਵੀਂ ਦੀ ਆਪਾਂ ਸਾਇੰਸ ਕਰੀ ਆ ਪਹਿਲਾਂ, ਠੀਕ ਹੈ, ਇਸ ਚੈਨਲ ਤੇ, ਤਾਂ ਆਪਾਂ ਕੀ ਕਰੇ ਸੀਗੇ, ਜਨਨ ਸੈੱਲਾਂ ਬਾਰੇ ਕਰਿਆ ਸੀ ਨਾ। ਇਹ ਜਿਹੜੇ ਜਨਨ ਸੈੱਲ ਹੁੰਦੇ ਆਗੇ, ਜਿਹੜੇ ਨਰ ਜਨਨ ਸੈੱਲ ਹੁੰਦੇ ਆ ਉਹਨਾਂ ਨੂੰ ਕੀ ਕਹਿੰਦੇ ਹੈਗੇ, ਨਰ ਜਨਨ ਸੈੱਲ, ਠੀਕ ਹੈ। ਉਹਨਾਂ ਨੂੰ ਕੀ ਕਹਿੰਦੇ, ਸ਼ੁਕਰਾਣੂ, ਠੀਕ ਹੈ। ਤੇ ਸ਼ੁਕਰਾਣੂਆਂ ਦੀ ਜੇ ਆਪਾਂ ਡਾਇਗਰਾਮ ਬਣਾਉਣੀ ਹੋਵੇ ਕਿਸ ਤਰ੍ਹਾਂ ਦੀ ਬਣੂਗੀ, ਠੀਕ ਹੈ, ਇਹ ਇਸ ਤਰ੍ਹਾਂ ਦੇ ਨਜ਼ਰ ਆਉਣਗੇ, ਠੀਕ ਹੈ, ਸ਼ੁਕਰਾਣੂ, ਠੀਕ ਹੈ। ਇੱਕ ਕੀ ਹੁੰਦੇ, ਮਾਦਾ ਜਨਨ ਸੈੱਲ ਹੁੰਦੇ ਆ, ਕੀ ਹੁੰਦੇ ਆ, ਮਾਦਾ ਜਨਨ ਸੈੱਲ, ਠੀਕ ਹੈ। ਮਾਦਾ ਜਨਨ ਸੈੱਲ ਕੀ ਹੁੰਦਾ ਹੈਗਾ, ਅੰਡਾ, ਠੀਕ ਹੈ। ਤਾਂ ਅੰਡਾ ਕਿਸ ਤਰ੍ਹਾਂ ਦਾ ਨਜ਼ਰ ਆਉਂਦਾ ਹੈਗਾ, ਇਸ ਤਰ੍ਹਾਂ, ਇਸ ਤਰ੍ਹਾਂ, ਇਸ ਤਰ੍ਹਾਂ, ਠੀਕ ਹੈ। ਇਸ ਤਰ੍ਹਾਂ ਦਾ ਕੀ ਹੈਗਾ, ਅੰਡਾ ਨਜ਼ਰ ਆਉਂਦਾ ਹੈਗਾ। ਹੋਰ ਕੀ ਹੁੰਦਾ ਆਪਣੇ ਸਰੀਰ ਦੇ ਵਿੱਚ, ਧਾਰੀ ਰਹਿਤ ਕੀ ਹੁੰਦੇ ਹੈਗੇ, ਧਾਰੀ ਰਹਿਤ ਸੈੱਲ, ਠੀਕ ਹੈ, ਧਾਰੀ ਰਹਿਤ ਪੇਸ਼ੀ ਸੈੱਲ, ਠੀਕ ਹੈ। ਜਿਹੜੇ ਧਾਰੀ ਰਹਿਤ ਪੇਸ਼ੀ ਸੈੱਲ ਹੁੰਦੇ ਹੈਗੇ ਉਹ ਕਿਸ ਤਰ੍ਹਾਂ ਦੇ ਨਜ਼ਰ ਆਉਂਦੇ ਆ, ਠੀਕ ਹੈ, ਉਹ ਕੀ ਹੈਗਾ, ਇਸ ਤਰ੍ਹਾਂ ਦੇ ਨਜ਼ਰ ਆਉਣਗੇ, ਠੀਕ ਹੈ। ਧਾਰੀ ਰਹਿਤ ਪੇਸ਼ੀ ਸੈੱਲ ਇਸ ਤਰ੍ਹਾਂ ਦੇ ਨਜ਼ਰ ਆਉਂਦੇ ਆ। ਹੋਰ ਕੀ ਹੁੰਦਾ ਆਪਣੇ ਸਰੀਰ ਦੇ ਵਿੱਚ, ਲਹੂ ਸੈੱਲ ਹੁੰਦੇ ਆ, ਲਹੂ ਸੈੱਲ, ਠੀਕ ਹੈ। ਉਹ ਕਿਸ ਤਰ੍ਹਾਂ ਦੇ ਨਜ਼ਰ ਆਉਣਗੇ, ਐਵੇਂ ਗੋਲ ਗੋਲ, ਠੀਕ ਹੈ। ਇਹਦੇ ਵਿੱਚ ਐ ਕੋਈ ਐ ਬਣ ਗਿਆ, ਕੋਈ ਐ ਬਣ ਗਿਆ, ਠੀਕ ਹੈ। ਇਸ ਤਰ੍ਹਾਂ ਦੇ ਲਹੂ ਸੈੱਲ ਹੁੰਦੇ ਹੈਗੇ। ਹੋਰ ਕੀ ਹੁੰਦਾ ਆਪਣੇ ਕੋਲ, ਇੱਕ ਹੁੰਦੇ ਆਪਣੇ ਕੋਲ ਅਸਥੀ ਸੈੱਲ, ਕੀ ਹੁੰਦੇ ਆ, ਅਸਥੀ, ਠੀਕ ਹੈ, ਜਿਹਦੀਆਂ ਅਸਥੀਆਂ ਬਣੀਆਂ ਹੁੰਦੀਆਂ ਨੇ, ਅਸਥੀ ਸੈੱਲ, ਠੀਕ ਹੈ। ਉਹ ਕਿਸ ਤਰ੍ਹਾਂ ਦੇ ਨਜ਼ਰ ਆਉਂਦੇ ਹੈਗੇ ਆਪਣੇ ਕੋਲ, ਠੀਕ ਹੈ, ਇਸ ਤਰ੍ਹਾਂ, ਇਸ ਤਰ੍ਹਾਂ, ਇਸ ਤਰ੍ਹਾਂ, ਠੀਕ ਹੈ। ਇਸ ਤਰ੍ਹਾਂ ਦੇ ਅਸਥੀ ਸੈੱਲ ਨਜ਼ਰ ਆਉਂਦੇ ਆ, ਠੀਕ ਹੈ। ਅਸਥੀ ਸੈੱਲ ਇਸ ਤਰ੍ਹਾਂ ਦੇ ਨਜ਼ਰ ਆਉਂਦੇ ਆ। ਹੋਰ ਕੀ ਹੁੰਦਾ ਆਪਣੇ ਕੋਲ, ਨਰ ਜਨਨ ਸੈੱਲ ਹੋ ਗਏ, ਮਾਦਾ ਜਨਨ ਸੈੱਲ, ਧਾਰੀ ਰਹਿਤ ਪੇਸ਼ੀ ਸੈੱਲ ਹੋ ਗਏ, ਲਹੂ ਸੈੱਲ ਹੋ ਗਏ, ਅਸਥੀ ਸੈੱਲ ਹੋ ਗਏ, ਠੀਕ ਹੈ। ਇਹ ਮੇਨ ਸੀਗੇ। ਇੱਕ ਕੀ ਹੁੰਦਾ, ਨਾੜੀ ਸੈੱਲ, ਕੀ ਹੁੰਦਾ, ਨਾੜੀ ਸੈੱਲ, ਠੀਕ ਹੈ। ਨਾੜੀ ਸੈੱਲ ਬਾਰੇ ਵੀ ਆਪਾਂ ਕਰਿਆ ਹੋਇਆ ਹੈ, ਠੀਕ ਹੈ, 10ਵੀਂ ਦੇ ਵਿੱਚ। ਤਾਂ ਕਿਸ ਤਰ੍ਹਾਂ ਨਜ਼ਰ ਆਉਂਦਾ ਹੁੰਦਾ ਉਹ, ਠੀਕ ਹੈ, ਇਸ ਤਰ੍ਹਾਂ, ਠੀਕ ਹੈ। ਇਹ ਕੇਂਦਰ ਕੁੰਡ ਹੈਗਾ, ਠੀਕ ਹੈ। ਤੇ ਇਧਰੋਂ ਕੀ ਹੈਗਾ, ਐਵੇਂ, ਠੀਕ ਹੈ। ਤੇ ਇਧਰੋਂ ਕੀ ਹੈਗਾ, ਐਗਜ਼ਾਨ ਜਾਂਦਾ ਹੁੰਦਾ, ਠੀਕ ਹੈ। ਤੇ ਨਾੜੀ ਸੈੱਲ ਇਸ ਤਰ੍ਹਾਂ ਨਜ਼ਰ ਆਉਂਦਾ, ਠੀਕ ਹੈ। ਇਹ ਮੇਨ ਸੈੱਲ ਸੀਗੇ। ਹੋਰ ਕੋਈ ਆਪਣਾ ਜੇ ਰਿਹਾ ਹੋਇਆ, ਠੀਕ ਆ, ਤਾਂ ਆਪਾਂ ਅਗਲੀ ਵੀਡੀਓ ਵਿੱਚ ਕਰਾਂਗੇ। ਵੀਡੀਓ ਅੰਤ ਤੱਕ ਦੇਖਣ ਲਈ ਧੰਨਵਾਦ, ਠੀਕ ਆ। ਤਾਂ ਕਮੈਂਟ ਸ਼ੇਅਰ ਤੇ ਲਾਈਕ ਜ਼ਰੂਰ ਕਰਿਆ ਕਰੋ ਵੀਡੀਓ ਨੂੰ। ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ, ਸ਼ੇਅਰ ਜ਼ਰੂਰ ਕਰੋ, ਠੀਕ ਆ, ਤਾਂ ਕਿ ਹੋਰ ਮੋਟੀਵੇਸ਼ਨ ਆ ਸਕੇ ਪੜ੍ਹਾਉਣ ਲਈ। ਤਾਂ ਵੀਡੀਓ ਅੰਤ ਤੱਕ ਦੇਖਣ ਲਈ ਦੁਬਾਰੇ ਧੰਨਵਾਦ, ਥੈਂਕ ਯੂ।